हर सो हीरा छाड़ के करहे आन की आस। ते नर दोजक छाहेंगे सत पाखे रविदास। पोथी पढ़ पढ़ पंडित भया पोथी पढ़ पढ़ पंडित भया न को है पंडित भया न कोए। ढाई अक्षर प्रेम के पढ़े सो पंडित होए। पढ़े सो पंडित होए। राम नाम उर में गहो जाके सम नहीं कोए। जह सिमरत संकट मिटे दर्श तुहारो होए। दर्श तुहारो होए। गोविंद 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 संग नाम दयो मान लेना। आठ दाम कोशी परो होयो लाखीना। गोविंद 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 संग नाम दयो मान लीना। आड दाम कोशी परो होयो लाखीना। गोविंद 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 संग गुना तन ना त्याग के प्रीत चरण कबीरा। प्रीत चरण कबीरा। बुना तन ना त्याग के प्रीत चरण कबीरा। प्रीत चरण कबीरा। नीच कुला जालारो है ओ बुनी गही।
ਨਾਮ ਦਿਓ ਮਾਨ ਲੀਨਾ। ਆਡ ਦਾਮ ਕਸ਼ੀ ਪਰੋ ਹੋਇਓ ਲਾਖੀਨਾ। ਗੋਵਿੰਦ 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 ਸੰਗ। ਜੀ ਆਪ ਜੀ ਦੀਆਂ ਅੱਖਾਂ ਜੋ ਬਣਾਈਆਂ ਗਈਆਂ ਮਾਲਕ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਬਣਾਈਆਂ ਗਈਆਂ ਔਰ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ। ਸਰ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ? ਅੱਖਾਂ 'ਚ ਲਾਲੀ ਤਾਂ ਨਹੀਂ ਆਈ? ਜਿੱਦਾਂ ਗੁੱਸੇ 'ਚ ਆਉਂਦੀ ਹੁੰਦੀ ਉਹਦਾ ਤਾਂ ਨਹੀਂ ਆਈ? ਬਹੁਤ ਠੀਕ। ਪਾਣੀ ਤਾਂ ਨਹੀਂ ਆਇਆ ਅੱਖਾਂ 'ਚੋਂ? ਠੀਕ ਹੈ। ਤੇ ਜੇ ਕੋਈ ਹੋਇਆ ਕੀ ਜੇ ਹੋ ਗਈ ਮੈਂ ਤੋਂ, ਹਾਏ ਹੋਇਆ ਕੀ ਜੇ ਹੋ ਗਈ ਮੈਂ ਤੋਂ, ਭੁੱਲ ਮੇਰੇ ਮਾਲਕਾ ਹੋ ਮੈਂ ਵੀ ਤੇਰੇ ਬਾਗ ਦਾ ਏ ਫੁੱਲ ਮੇਰੇ ਮਾਲਕਾ ਹੋ ਮੈਂ ਵੀ ਤੇਰੇ ਬਾਗ ਦਾ ਏ ਫੁੱਲ ਮੇਰੇ ਮਾਲਕਾ। ਵਾ ਤੁਸੀਂ ਇਦਾਂ ਕਹੀ ਜਾਣਾ ਮੈਂ ਵੀ ਤੇਰੇ ਬਾਗ ਦਾ ਫੁੱਲ ਮਾਲਕਾ। ਹੋ ਮਾਲੀ ਦਾ ਕੰਮ ਪਾਣੀ ਪਾਉਣਾ, ਹੋ ਜਿਹੜਾ ਭਰ ਭਰ ਮਸ਼ਕਾਂ ਪਾਵੇ, ਹੋ ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਕਿਤੇ ਲਾਵੇ ਜਾਂ ਨਾ ਲਾਵੇ। ਹਾਏ ਹੋਇਆ ਕੀ ਜੇ ਹੋ ਗਈ ਮੈਂ ਤੋਂ, ਭੁੱਲ ਮੇਰੇ ਮਾਲਕਾ ਓ ਮੈਂ ਵੀ ਤੇਰੇ ਬਾਗ ਦਾ ਏ ਫੁੱਲ ਮੇਰੇ ਮਾਲਕਾ। ਉਹ ਰੱਬ ਤੇ ਬੰਦੇ ਦੀ ਜ਼ਾਤ ਹੈ ਕੋ, ਤੇ ਜਿਵੇਂ ਕੱਪੜੇ ਦੀ ਜ਼ਾਤ ਹੈ ਰੂ, ਜਿੱਦਾਂ ਕੱਪੜੇ ਦੇ ਵਿੱਚ ਰੂ ਨਹੀਂ ਦਿਸਦਾ ਤਾਂ ਉਹਦਾ ਬੰਦੇ ਦੇ ਵਿੱਚ ਤੂੰ ਕਹਿੰਦਾ ਅੰਦਰ ਬੈਠਾ ਵੇ ਤੂੰ ਆਪ ਬੁਲਾਵੇਂ ਉਹ ਨਾਲੇ ਆਪ ਕਰੇ ਹੂੰ। ਹੋਇਆ ਕੀ ਜੇ ਹੋ ਗਈ ਮੈਂ ਤੋਂ, ਭੁੱਲ ਮੇਰੇ ਮਾਲਕਾ ਓ ਮੈਂ ਵੀ ਤੇਰੇ ਬਾਗ ਦਾ ਏ ਫੁੱਲ ਮੇਰੇ ਮਾਲਕਾ। ਉਹ ਅਕਲ ਕਹਿੰਦੀ ਵੇ ਮੈਂ ਸਭ ਤੋਂ ਵੱਡੀ, ਹੋਵੇ ਮੈਂ ਵਿੱਚ ਕਚਹਿਰੀ ਲੜਦੀ, ਕਹਿੰਦਾ ਹੁਸਨ ਕਹਿੰਦਾ ਵੇ ਮੈਂ ਸਭ ਤੋਂ ਸੋਹਣਾ, ਉਹ ਮੇਰਾ ਦੁਨੀਆ ਪਾਣੀ ਭਰਦੀ, ਕਹਿੰਦੇ ਮਾਇਆ ਕਹਿੰਦੀ ਵੇ ਮੈਂ ਸਭ ਤੋਂ ਉੱਤੇ, ਤੇ ਮੇਰੇ ਬਿਨਾਂ ਰਸ ਨਹੀਂ ਸਰਦੀ, ਕਹਿੰਦੇ ਖੂਣੀ ਕਹਿੰਦੀ ਤੁਸੀਂ ਤਿੰਨੇ ਝੂਠੇ, ਤੇ ਮੈਂ ਜੋ ਜੀ ਆਇਆ ਕਰਦੀ। ਹਾਏ ਹੋਇਆ ਕੀ ਜੇ ਹੋ ਗਈ ਮੈਂ ਤੋਂ, ਭੁੱਲ ਮੇਰੇ ਮਾਲਕਾ ਓ ਮੈਂ ਵੀ ਤੇਰੇ ਬਾਗ ਦਾ ਏ ਫੁੱਲ ਮੇਰੇ ਮਾਲਕਾ। ਮੈਂ ਵੀ ਤੇਰੇ ਬਾਗ ਦਾ ਏ ਫੁੱਲ ਮੇਰੇ ਮਾਲਕਾ। ਇੱਕ ਬੰਦਾ ਹੁੰਦਾ ਜਿਹਦੇ ਕੋਲ ਚਾਬੀ ਹੁੰਦੀ ਹੈ, ਤੇ ਜੇ ਚਾਬੀ ਇੱਕ ਦੇ ਕੋਲ ਹੋਵੇ ਤੇ ਫਿਰ ਕਦੀ ਪਰੇਸ਼ਾਨੀ ਨਹੀਂ ਹੁੰਦੀ। ਜੇ ਸਾਰੇ ਚਾਬੀ ਮੰਗਣ ਲੱਗ ਪੈਣ ਤੇ ਫਿਰ ਤਾਂ ਰੌਲਾ ਹੀ ਹੁੰਦਾ। ਠੀਕ ਹੈ ਨਾ? ਤੇ
ਫਿਰ ਵੀ ਮਾਲਕ ਦੀ ਕਿਰਪਾ ਹੈ। ਡਾਕਟਰ ਸਾਹਿਬ ਸਾਡੇ ਕਾਫੀ 18 ਮੇਰਾ ਖਿਆਲ ਹੈ 20 ਸਾਲ ਤੋਂ ਸਾਡੇ ਨਾਲ ਕੰਮ ਕਰ ਰਹੇ ਆ ਤੇ ਅੱਜ ਤੱਕ ਨਾਲ ਚੱਲੇ ਆ ਰਹੇ ਆ। ਮਾਲਕ ਦੀ ਕਿਰਪਾ, ਅਸੀਂ ਚਾਬੀ ਦੇਤੀ ਇਹਨਾਂ ਨੂੰ, ਅਸੀਂ ਵੀ ਚਾਬੀ ਦਿੱਤੀ ਇਹਨਾਂ ਨੂੰ, ਤਦ ਹੀ ਰੌਲਾ ਨਹੀਂ ਪਿਆ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਤੁਸੀਂ ਸਾਨੂੰ ਸੇਵਾ ਦਿੱਤੀ ਆ। ਤੇ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ, ਜਿਹੜਾ ਡਾਕਟਰ ਸਾਹਿਬ ਜੀ ਨੇ ਜਿੱਦਾਂ ਤੁਹਾਡਾ ਟ੍ਰੀਟਮੈਂਟ ਕੀਤਾ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਪਹਿਲਾਂ ਉਹ ਤੁਹਾਨੂੰ ਸਮਝਾਉਣਗੇ, ਉਸ ਤੋਂ ਬਾਅਦ ਫਿਰ ਆਪਾਂ ਦੂਸਰੀ ਗੱਲ ਕਰਾਂਗੇ। ਥੈਂਕ ਯੂ ਜੀ। परम सत्कारयोग संत बाबा निर्मल दास जी महाराज, जिन्हां दी सरप्रस्ती थल्ले एडा बड़ा कुंभ रचाया गया। ये बेगल परिवार, सुच्चा सिंह बेगल जी और उन्हां दे सारे परिवार के मैंबरां द्वारा तुहाडा सारा खर्चा चुक्या गया। ते मैं तुहानूं भी बेनती करांगा भी घर जाके एक बार जरूर उन्हां दे नां दी अरदास करियो कि परमात्मा उन्हां नूं बहुता देवे, उन्हां दे खजाने भरपूर रहन। ਜਿਹੜੇ सेवादारां ने हत्थी सेवा की है, इन्हां नूं भी खूब तरक्कियां बख्शण, ये अरदास करनी। और साडे हॉस्पिटल लिए ये हॉस्पिटल तुहाडा है, ये तुहाडे लिए बाबा जी ने बनाया है, इहदे लिए भी अरदास करनी। और सारिਆਂ ਲਈ एक बार अरदास करनी है कि परमात्मा सब ਨੂੰ सुख शांति देवे, वधिया देवे। एक छोटी जी गल तुहाडे नाल होर करनी है भी ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ, ਸਾਡੀ ਬੀਬੀਆਂ ਬੈਠੀਆਂ, ਭੈਣਾਂ ਬੈਠੀਆਂ, ਬਜ਼ੁਰਗ ਹੈ ਸਾਰੇ ਮੇਰੇ ਵਰਗੇ, ਤੇ ਆਪਣੇ ਬੱਚਿਆਂ ਨੂੰ ਇੱਕ ਵਾਰ ਜ਼ਰੂਰ ਗੁਰੂ ਘਰ ਨਾਲ ਜੋੜੋ। ਮੈਂ ਕਿਸੇ ਧਰਮ ਦੀ ਗੱਲ ਨਹੀਂ ਕਰਦਾ, ਜਿੱਥੇ ਵੀ ਤੁਹਾਡੀ ਆਸਥਾ ਹੈ, ਜਿਹਨੂੰ ਵੀ ਤੁਸੀਂ ਮੰਨਦੇ ਹੋ, ਜੋ ਵੀ ਤੁਹਾਡੇ ਦਿਲ ਵਿੱਚ ਵਸੇ ਹੈ, ਉਹਨਾਂ ਨਾਲ ਜ਼ਰੂਰ ਜੋੜੋ। ਕਿਉਂਕਿ ਜੇ ਸਾਡੇ ਬੱਚੇ ਗੁਰੂ ਘਰ ਨਾਲ ਜੁੜ ਜਾਣਗੇ ਤੇ ਸਾਡੇ ਦੁੱਖਾਂ ਕਲੇਸ਼ਾਂ ਦਾ ਨਿਵਾਰਨ ਹੋ ਜਾਏਗਾ। ਕਿਉਂਕਿ ਜਿਹੜੇ ਗੁਰੂਆਂ ਦੇ ਚਰਨਾਂ ਵਿੱਚ ਚਲੇ ਜਾਂਦੇ ਆ ਨਾ, ਉਹ ਬੁਰੀ ਸੰਗਤ ਤੇ ਬਚ ਜਾਂਦੇ ਆ। ਗੁਰੂ ਗੋਬਿੰਦ ਦੋਏ ਖੜੇ ਕਾਕੇ ਲਾਗੂ ਪਾਉ, ਬਲਿਹਾਰੀ ਜਾਉ ਗੁਰੂ ਕੇ ਜਿਨ ਗੋਬਿੰਦ ਦਿਓ ਮਲਾਏ। ਤੇ ਗੁਰੂਆਂ ਨਾਲ ਜੁੜਨਾ, ਪਰਮਾਤਮਾ ਨਾਲ ਜੁੜਨਾ ਇੱਕ ਗੱਲ ਹੈ। ਆਪਣੇ ਬੱਚਿਆਂ ਨੂੰ ਮੇਰੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਇਹ ਹੈ, ਉਹਨਾਂ ਨੂੰ ਆਦਤ ਪਾਓ, ਗੁਰੂ ਘਰ ਜਾਣ, ਭਾਵੇਂ ਆਪਣੀ ਕਿਰਤ ਕਮਾਈ ਵਿੱਚੋਂ 1 ਰੁਪਈਆ ਪਾਣ, ਉੱਥੇ ਜਾਓ, ਮੱਥਾ ਟੇਕੋ, ਗੁਰੂ ਦੀ ਅੱਛੀ ਸੰਗਤ ਵਿੱਚ ਜਾਓਗੇ, ਅੱਛਾ ਇਹ ਮਿਲੇਗਾ। ਔਰ ਜਿਹੜੇ ਪਰਿਵਾਰਾਂ ਦੇ ਬੱਚੇ ਗੁਰੂ ਘਰ ਨਾਲ ਜੁੜੇ ਆ, ਗੁਰੂਆਂ ਨਾਲ ਜੁੜੇ ਆ, ਉਹ ਸਿੱਖਿਆ ਨਾਲ ਜੁੜਦੇ ਆ, ਅੱਛੀ ਸਿੱਖਿਆ ਨਾਲ ਜੁੜਦੇ ਆ, ਬੁਰਿਆਂ ਕੰਮਾਂ ਦੇ ਬਚਦੇ ਆ। ਔਰ ਜਿਹੜੇ ਚੌਂਕਾਂ ਤੇ ਖੜੋਦੇ ਆ, ਉਹਨਾਂ ਨੂੰ ਫਿਰ ਸਿਪਾਹੀ ਫੜ ਕੇ ਲੈ ਜਾਂਦੇ ਆ ਤੇ ਉਹ ਪਰਿਵਾਰ ਫਿਰ ਬਰਬਾਦ ਹੋ ਜਾਂਦੇ ਆ। ਇਸ ਲਈ ਮੇਰੀ ਤੁਹਾਨੂੰ ਬੇਨਤੀ ਹੈ ਵੀ ਇਹ ਕੰਮ ਜ਼ਰੂਰ ਕਰਿਓ ਆਪਣੇ ਬੱਚਿਆਂ ਨੂੰ, ਤਾਂ ਕਿ ਸਾਡਾ ਪਰਿਵਾਰ ਨਰੋਆ ਹੋਏਗਾ, ਸਾਡਾ ਸਮਾਜ ਨਰੋਆ ਹੋਏਗਾ, ਅਸੀਂ ਸਾਰੇ ਨਰੋਏ ਹੋਣਗੇ। ਔਰ ਜਿਹੜੇ ਬੱਚੇ ਨਸ਼ਿਆਂ ਵਿੱਚ ਲੱਗਦੇ ਆ, ਉਹਨਾਂ ਪਰਿਵਾਰਾਂ ਦਾ ਤੁਸੀਂ ਦੇਖ ਹੀ ਰਹੇ ਹੋ ਕੀ ਹਾਲ ਹੈ। ਸਰਕਾਰਾਂ ਵੱਲੋਂ ਉਮੀਦ ਨਾ ਕਰੋ ਵੀ ਕੋਈ ਸਰਕਾਰ ਆ ਕੇ ਤੁਹਾਡੇ ਬੱਚੇ ਨੂੰ ਸ਼ਰਾਬ ਪੀਣ ਤੇ ਡੱਕੇਗੀ। ਉਹਨਾਂ ਤੋਂ ਪਹਿਲੇ ਗਿਆ ਕਿ ਗੁਰਦੁਆਰੇ, ਮੰਦਰ, ਮਸਜਿਦਾਂ ਬਾਅਦ ਵਿੱਚ ਖੋਲੋ, ਪਹਿਲੇ ਠੇਕੇ ਖੋਲੋ। ਇਹ ਸਰਕਾਰਾਂ ਦੀ ਇਹ ਹੈ, ਇਹ ਸਰਕਾਰਾਂ ਦੀ ਸੋਚ ਹੈ ਕਿ ਮੰਦਰ ਵੀ ਬੰਦ ਰਹੋ, ਗੁਰਦੁਆਰੇ ਵੀ ਬੰਦ ਰਹਿਣ, ਬੱਸਾਂ ਵੀ ਬੰਦ ਰਹਿਣ, ਟ੍ਰੇਨਾਂ ਵੀ ਬੰਦ ਰਹਿਣ, ਲੇਕਿਨ ਕੀ ਖੋਲੋ? ਠੇਕੇ ਖੋਲੋ। ਤੇ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਆਪਾਂ ਉਹ ਸਲਾਮਤ ਤੋਂ ਬਚਣਾ ਹੈ, ਬਚਾਉਣਾ ਹੈ। ਮੈਂ ਕਿਸੇ ਦੀ ਨਿੰਦਾ ਦੇ ਖਿਲਾਫ ਨਹੀਂ ਹੈ, ਪਰ ਮੈਂ ਇਹ ਜ਼ਰੂਰ ਕਹੂੰਗਾ। ਹੁਣ ਆਪਾਂ ਆਪਣੀ ਗੱਲ ਕਰ ਲਈਏ ਵੀ ਜਿਹੜੇ ਮਰੀਜ਼, ਹੁਣ ਮੈਂ ਤੁਹਾਨੂੰ ਦਵਾਈਆਂ ਸਮਝਾਵਾਂਗਾ। ਇਹ ਬਾਬਾ ਜੀ ਜਿੱਥੇ ਸਮਾਜ ਦੇ ਵਿੱਚ ਸੰਤ ਦਾ ਕੰਮ ਕਰਦੇ ਆ, ਸਿਪਾਹੀ ਦਾ ਕੰਮ ਵੀ ਕਰਦੇ ਆ। ਤੁਸੀਂ ਦੇਖਿਆ ਹੋਣਾ ਸਵੇਰ ਤੇ ਸ਼ਾਮਾਂ ਤੱਕ ਤੁਹਾਡੇ ਨਾਲ ਹੀ ਹੈ ਵੀ ਕਿਸੇ ਮਰੀਜ਼ ਨੂੰ ਕੋਈ ਤਕਲੀਫ ਨਾ ਹੋਵੇ। ਕਿਸੇ ਨੂੰ ਤੁਹਾਡੇ ਤੋਂ ਕਿਸੇ ਨੇ ਕੋਈ ਪੈਸਾ ਤਾਂ ਨਹੀਂ ਲਿਆ, ਕਿਸੇ ਨੇ ਕੋਈ ਦਬਕਾ ਤਾਂ ਨਹੀਂ ਮਾਰਿਆ ਮੇਰੇ ਇਲਾਵਾ, ਉਹਦੇ ਲਈ ਮੈਂ ਖਿਮਾ ਚਾਹੁੰਦਾ ਹਾਂ ਹੈ। ਤੇ ਤੁਹਾਨੂੰ ਰਾਸ਼ਨ ਪਾਣੀ ਪੂਰਾ ਮਿਲਿਆ, ਸੇਵਾ ਪੂਰੀ ਹੋਈ, ਇੱਕ ਹੀ ਦਾ ਪ੍ਰਤਾਪ ਹੈ ਬਾਬਾ ਜੀ ਦਾ। ठीक है, माया लाना भी एक बड़ी वड्डी गल है, लेकिन हथी सेवा करना भी। और बाबा जी साढ़े जितने समाज के संत हैं, उत्थे एक समाज में बहुत बड़े सिपाही हैं। सिपाही का काम होंदा है रक्षा करना, ये तुहाडी राखी है।
ਤੇ ਮੈਂ ਜਿੱਦਾਂ ਬੀਬੀ ਸੰਤੋਸ਼ ਹੈ, ਭੈਣ ਜੀ ਸੰਤੋਸ਼ ਹੈ, ਜਿਨ੍ਹਾਂ ਨੇ ਸਾਰਾ ਜੀਵਨ ਹੀ ਸੇਵਾ ਵਿੱਚ ਬਤੀਤ ਕੀਤਾ, ਉਹ ਕਹਿੰਦੇ ਇਹ ਸਾਰਾ ਪਰਿਵਾਰ ਹੀ ਮੇਰਾ ਹੈ। ਬਾਬਾ ਜੀ ਨੂੰ ਕੋਈ ਕਦੇ ਪੁੱਛੋ ਨਾ, ਉਹ ਕਹਿੰਦੇ ਸੰਗਤ ਜਿੰਨੀ ਹੈ ਸਾਡਾ ਮੇਰਾ ਹੀ ਪਰਿਵਾਰ ਹੈ। ਤੇ ਤੁਸੀਂ ਵੀ ਇਹ ਸੋਚ ਰੱਖਣੀ ਹੈ ਕਿ ਗੁਰੂ ਘਰ ਨਾਲ ਜੋੜਨਾ ਹੈ। ਜਿਹੜਾ ਮੈਂ ਤੁਹਾਡਾ 5 ਮਿੰਟ ਟਾਈਮ ਲਿਆ, ਇਹ ਮੈਂ क्षमा ਦਾ ਯਾਜਕ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਦਿੱਲੀ ਤੋਂ ਵਿਸ਼ੇਸ਼ ਕਰਕੇ ਤੁਹਾਨੂੰ ਦੇਖਣ ਵਾਸਤੇ ਆਏ ਆ ਸਾਡੇ ਸਿੱਧੂ ਸਾਹਿਬ, HR ਸਿੱਧੂ ਸਾਹਿਬ, ਤੇ ਉਹ ਤੁਹਾਡੇ ਵਿੱਚ ਆਏ। ਅਸੀਂ ਉਹਨਾਂ ਕੋਲ ਇੱਕ ਵਿਚਾਰ ਸੁਣ ਕੇ ਤੇ ਫਿਰ ਅਗਲਾ ਪ੍ਰੋਗਰਾਮ ਕਰਾਂਗੇ। ਤੇ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਦਰਸ਼ਨ ਦਿੱਤੇ। ਇਹ ਆ ਸੰਗਤ ਨਾਲ ਵੀ ਉਹਨਾਂ ਨੂੰ ਆਪਣੇ 2 ਸ਼ਬਦ ਕਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਨਿਰਮਲ ਦਾਸ ਜੀ, ਇਹਨਾਂ ਦੇ ਚਰਨਾਂ 'ਚ 11 ਸਾਲ ਮੈਨੂੰ ਇਹਨਾਂ ਨੂੰ ਸੇਵਾ ਕਰਦੇ, ਇਹਨਾਂ ਦੇ ਦਰਸ਼ਨ ਕਰਦੇ, ਇਹਨਾਂ ਦਾ ਆਸ਼ੀਰਵਾਦ ਲੈਂਦੇ ਹੋ ਗਏ। ਤੇ ਹੁਣ ਵੀ ਮੈਂ ਛੱਡਣ ਲਈ ਆਇਆ। ਮੈਨੂੰ ਪਤਾ ਸੀ ਇਹਨਾਂ ਨੇ ਬੁਲਾਇਆ ਸੀ ਮੈਨੂੰ 21 ਤਰੀਕ ਨੂੰ ਵੀ, ਕੋਈ ਡਿਊਟੀਆਂ ਥੋੜ੍ਹੀਆਂ ਐਸੀਆਂ, ਸਖਤ ਕਰੋਨਾ ਵੀ ਹੈ ਔਰ ਬਾਹਰ ਜਾਣਾ ਵੀ ਥੋੜ੍ਹਾ ਜਿਹਾ ਗੜਬੜ ਆ। ਤੇ ਮੈਂ ਦਿੱਲੀ 'ਚ ਹਾਂ, ਵੈਸੇ ਅੰਮ੍ਰਿਤਸਰ ਪਹਿਲਾਂ ਮੈਂ 4 ਸਾਲ ਰਿਹਾ ਜੱਜ ਇਨਕਮ ਟੈਕਸ ਦੇ ਵਿੱਚ, ਤੇ ਮੇਰਾ 36 ਸਾਲ ਇਹੀ ਕੰਮ ਕਰਦੇ ਨੂੰ ਹੋ ਗਏ। ਤੇ 21 ਸਾਲ ਮੈਨੂੰ ਜੱਜ ਬਣੇ ਨੂੰ, ਤੇ 15-16 ਸਾਲ ਮੈਂ ਪਹਿਲਾਂ ਸਰਕਾਰੀ ਵਕੀਲ ਚੰਡੀਗੜ੍ਹ ਰਹੇ ਹਾਂ। ਇਹ ਸਭ ਬਾਬਾ ਜੀ ਦੀ ਕਿਰਪਾ ਆ। ਤੇ ਬਾਕੀ ਬਾਬਾ ਜੀ ਨੇ ਪਿਛਾ ਜਿਹਾ ਮੈਨੂੰ ਅਵਾਰਡ ਵੀ ਦਿੱਤਾ ਸੀ ਗੀਤਕਾਰ ਦਾ, ਮੈਂ ਗੀਤ ਵੀ ਲਿਖਦਾ। ਮੇਰੀ ਅਰਜੀ YouTube ਤੇ ਜਾਓਗੇ ਤਾਂ ਮੇਰੀ ਲਿਖੀ 7 ਗੀਤ ਉਹਦੇ ਵਿੱਚ। ਮੇਰੀ ਅਰਜੀ ਮੇਰੇ ਮਾਲਕ ਤਾਈ ਮੈਨੂੰ ਰੱਖ ਲੈ ਸੇਵਾਦਾਰ, ਗੁਣ ਮੇਰੇ ਵਿੱਚ ਬਿਲਕੁਲ ਨਹੀਂ, ਮੇਰੀ ਅਰਜ ਸੱਚੀ ਸਰਕਾਰ ਮੈਨੂੰ ਰੱਖ ਲੈ ਸੇਵਾਦਾਰ। ਮੈਂ ਲਿਖਦਾ ਸੀ ਰਾਤ ਨੂੰ, ਮੈਨੂੰ ਜਦੋਂ ਆਸ਼ੀਰਵਾਦ ਮਿਲਦਾ ਉਦੋਂ ਲਿਖਦਾ। ਰਾਤ ਮੈਂ ਦਿੱਲੀ 'ਚ ਬਹੁਤ ਵੱਡਾ ਘਰ ਦਿੱਤਾ ਗਵਰਨਮੈਂਟ ਨੇ, ਨਾਲੇ ਮੈਂ ਲਿਖਦਾ ਸੀ। ਤੇ ਜਿਸ ਵੇਲੇ ਬੰਦਾ ਲਿਖਦਾ ਨਾ ਤਾਂ ਉਸ ਵੇਲੇ ਬਾਬਾ ਜੀ ਕੋਲ ਖੜ ਜਾਂਦੇ ਆ ਜਾਂਦੇ ਆ। ਉਸ ਵੇਲੇ ਬੰਦੇ ਨੂੰ ਨਹੀਂ ਪਤਾ ਲੱਗਦਾ ਬਈ ਬੈਠਾ ਆ ਖੜਾ ਜਾ। ਮੈਨੂੰ ਪਤਾ ਮੈਂ ਰਾਤ ਸਾਰੇ ਕਮਰਿਆਂ ਵਿੱਚ ਘੁੰਮ ਕੇ ਪਤਾ ਨਹੀਂ ਕਿਸ ਕਮਰੇ 'ਚ ਚੱਲ ਜਾਂਦਾ ਸੀ, ਕੀ ਲਿਖਦਾ ਸੀ। ਨਾਲੇ ਮੈਂ ਰੋਈ ਜਾਂਦਾ ਸੀ, ਨਾਲੇ ਮੈਂ ਲਿਖੀ ਜਾਂਦਾ ਸੀ। ਇਹ ਗੀਤ ਜਿਹੜਾ ਮੈਂ ਤੁਹਾਨੂੰ ਸੁਣਾਇਆ, ਮੇਰੀ ਅਰਜੀ ਮੇਰੇ ਮਾਲਕ ਤਾਈ। ਮੈਂ ਆਪਣੇ ਆਪ ਨੂੰ ਪੜ੍ਹਿਆ ਠੀਕ ਹੈ, ਦੁਨਿਆਵੀ ਪੜ੍ਹਾਈ ਕੀਤੀ ਹੈ, ਲੇਕਿਨ ਜਿਹੜੀ ਇਹਨਾਂ ਕੋਲ ਪੜ੍ਹਾਈ ਉਹ ਮੈਂ ਜ਼ੀਰੋ ਹਾਂ। ਮੈਂ ਆਪਣੇ ਆਪ ਨੂੰ ਇੱਕ ਸੇਵਾਦਾਰ, ਸਭ ਤੋਂ ਨੀਵੀਂ ਜਿਹੜੀ ਪੋਸਟ ਹੁੰਦੀ ਆ ਉਹ ਸੇਵਾਦਾਰ ਦੀ ਹੁੰਦੀ ਆ। ਠੀਕ ਹੈ, ਮੈਂ ਜੱਜਾਂ ਲੱਗਾ 36 ਸਾਲ ਹੋ ਗਏ ਮੈਨੂੰ, ਲੇਕਿਨ ਉਹਦਾ ਕੋਈ ਫਾਇਦਾ ਨਹੀਂ ਜਦ ਤੱਕ ਤੁਸੀਂ ਪਰਮਾਤਮਾ ਦੇ ਨਾਲ ਲਿਵ ਨਹੀਂ ਲਾਉਂਦੇ, ਉਹਨੂੰ ਪਰਮਾਤਮਾ ਨੂੰ ਯਾਦ ਨਹੀਂ ਕਰਦੇ। ਹੁਣ ਰੀਸੈਂਟਲੀ ਥੋੜੇ ਦਿਨ ਹੋਇਆ ਮੈਂ ਅੰਮ੍ਰਿਤ ਵੇਲਾ ਲਿਖਿਆ। ਬੜਾ ਝਗੜਾ ਪੈਂਦਾ ਸੀ ਅੰਮ੍ਰਿਤ ਵੇਲੇ ਦਾ ਮਤਲਬ ਕੀ ਆ। ਆਪਾਂ ਵੀ ਸੁਣਦੇ ਰਹੇ ਅੰਮ੍ਰਿਤ ਵੇਲਾ, ਉਹ ਬਾਬਾ ਜੀ ਦੀ ਕਿਰਪਾ ਹੋਈ, ਅੰਮ੍ਰਿਤ ਵੇਲੇ ਦਾ ਮਤਲਬ ਆ ਗਿਆ ਮੇਰੇ ਕੋਲ। ਅੰਮ੍ਰਿਤ ਵੇਲੇ ਹੀ ਆਇਆ 3 ਵਜੇ ਸਵੇਰੇ। ਉਹ ਕਹਿੰਦੇ ਜਦ ਅੱਖ ਖੁੱਲੀ ਤਾਂ ਅੰਮ੍ਰਿਤ ਵੇਲਾ, ਜਦ ਕੋਈ 2:30 ਵਜੇ ਨਹੀਂ, ਕੋਈ 3 ਵਜੇ ਨਹੀਂ, ਕੋਈ 4 ਵਜੇ ਨਹੀਂ ਅੰਮ੍ਰਿਤ ਵੇਲਾ। ਜਦ ਅੱਖ ਖੁੱਲੀ ਤਾਂ ਅੰਮ੍ਰਿਤ ਵੇਲਾ, ਤੂੰ ਕਰ ਲੈ ਸਿਮਰਨ ਨਾ ਹੋਏ ਇੱਕ ਵੇਲਾ। ਇੱਕ ਉਹਦੇ ਵਿੱਚ ਦੂਜੀ ਲਾਈਨ ਹੈ ਆ ਵੀ ਇੱਕ ਨੂੰ ਤੂੰ ਛੱਡ ਕੇ ਪੰਜੇ 'ਚ ਫਸਿਆ, ਇੱਕ ਨੂੰ ਤੂੰ ਛੱਡ ਕੇ ਪੰਜੇ 'ਚ ਫਸਿਆ, ਕਿਵੇਂ ਉਸ ਤੋਂ ਛੁੱਟਣਾ। ਇਹ ਸਤਿਗੁਰ ਨੇ ਦੱਸਿਆ। ਇਹ ਸਾਨੂੰ ਸਤਿਗੁਰ ਜੋ ਸਾਡੇ ਗੁਰੂ ਹੈ ਇਹ ਦੱਸਦੇ ਵੀ ਜਿਹੜੇ ਪੰਜੇ 'ਚ ਤੁਸੀਂ ਫਸੇ ਰਹਿੰਦੇ ਆ ਨਾ, ਉਹ ਤੋਂ ਛੁੱਟਣਾ ਕਿੱਦਾਂ ਹੈ। ਇਦਾਂ ਦੇ ਵਿਚਾਰ ਮੇਰੇ ਹੈ। ਪਿਛਾ ਜਾਏ ਮੈਂ ਲਿਖਿਆ ਪਾਗਲ ਮਨ, ਪਾ ਹੁੰਦਾ ਆ ਪਾਣੀ, ਗੱਲ ਨੂੰ ਪਾਣੇ ਵਾਲਾ, ਉਹਨੂੰ ਆਪਾਂ ਪਾਗਲ ਕਹਿੰਦੇ, ਲੇਕਿਨ ਆਪਾਂ ਸਦਾਈ ਨੂੰ ਪਾਗਲ ਕਹਿੰਦੇ ਆ। ਜਨਰਲੀ ਆਪਾਂ ਸਦਾਈ ਨੂੰ, ਲੇਕਿਨ ਸਦਾਈ ਨੂੰ ਉਹ ਗੱਲ ਹੋ ਸਕਦਾ ਗੱਲ ਪਾ ਲਈ ਹੋਵੇ। ਪਾਗਲ ਮਨ ਤੂੰ ਗੱਲ ਨੂੰ ਪਾ, ਕਿੱਧਰ ਤੂੰ ਜਾਣਾ ਮੁੜ ਕੇ ਆ, ਦੁਨੀਆ ਤੇ ਤੋਂ ਖੁਸ਼ ਨਹੀਂ ਹੋਣੀ, ਐਵੇਂ ਨਾ ਤੂੰ ਵਕਤ ਗਵਾ। ਪਾਗਲ ਮਨ ਤੂੰ ਗੱਲ ਨੂੰ ਪਾ। ਜਦੋਂ ਹੋਈ ਤੇਰੀ ਦੀਦ ਮੇਰੇ ਅੱਛੇ ਸੀ ਨਸੀਬ, ਮੈਨੂੰ ਰੱਖਣਾ ਕਰੀਬ ਮੇਰੇ ਮਾਲਕਾ। ਮੇਰੀ ਇਦਾਂ ਦੇ ਮੈਂ ਗੀਤ ਲਿਖਦਾ ਆ। ਤੇ ਹਾਂ, ਹੁਣ ਮੈਂ ਇੱਕ ਹੋਰ ਗੀਤ ਨੂਰਾ ਸਿਸਟਰ ਨੇ ਗਾਇਆ। ਇਹ ਕੰਠਕਲੇ ਨੇ ਪਹਿਲੇ ਮੇਰੇ ਗੀਤ ਗਾਇਆ, ਹੁਣ ਰੀਸੈਂਟਲੀ ਨੂਰਾ ਸਿਸਟਰ ਨੇ ਗਾਇਆ। ਉਹ ਹੈ ਵੀ ਸੰਸਾਰ ਮਿੱਟੀ ਦੀ ਢੇਰੀ ਉੜਦੀ ਉੜ ਜਾਣੀ। ਜੋ ਸੰਸਾਰ ਹੈ ਨਾ, ਇਹ ਤੇ ਮਾਣ ਨਾ ਕਰਿਆ ਕਰੋ। ਇਹ ਇੱਕ ਮਿੱਟੀ ਦੀ ਢੇਰੀ ਆ। ਸੰਸਾਰ ਮਿੱਟੀ ਦੀ ਢੇਰੀ ਉੜਦੀ ਉੜ ਜਾਣੀ, 3.5 ਹੱਥ ਧਰਤੀ ਤੇਰੀ ਉਹ ਵੀ ਨਹੀਂ ਰਹਿਣੀ। ਕਿੱਦਾਂ ਮੈਂ ਇਹ ਕਿਸੇ ਕਿਹੜੀ ਸੋਚ ਸੀ ਮੇਰੀ। 3.5 ਹੱਥ ਧਰਤੀ ਜਨਰਲੀ ਆਪਾਂ ਕਬਰਾਂ ਨੂੰ ਕਹਿੰਦੇ ਆ। ਕਬਰਾਂ ਤੁਸੀਂ ਦੇਖ ਲਓ, ਕਬਰ ਨੂੰ ਛੱਡੋ। ਕਬਰ ਤਾਂ ਆਪਾਂ ਸੀਮੈਂਟ ਦੀ ਬਣਾਉਂਦੇ ਆ, ਇੱਟਾਂ ਦੀ ਬਣਾਉਂਦੇ ਆ। ਲੋਹੇ ਦਾ ਗਾਡਰ ਇੱਥੇ ਰੱਖ ਦਿਓ, ਲੋਹੇ ਦਾ ਗਾਡਰ ਤੇ ਜਗਾਲ ਲੱਗ ਜਾਏ। ਜਗਾਲ ਲੱਗਣੇ ਦਾ ਮਤਲਬ ਖਤਮ ਹੋ ਗਿਆ। ਇੱਕ ਦਿਨ 5 ਸਾਲ ਨੂੰ, 10 ਸਾਲ ਨੂੰ, 20 ਸਾਲ ਨੂੰ ਮਿੱਟੀ ਬਣ ਜਾਣੀ। ਤੋ 3.5 ਹੱਥ ਧਰਤੀ ਜ਼ੀਰੋ,
साढ़े 3 हाथ धरती तेरी वो भी नहीं रहनी। तो इदां ਦੀਆਂ ਗੱਲਾਂ ਬਾਬਾ ਜੀ ਦੀ ਕਿਰਪਾ ਆ, ਇਹ ਸੋਚ ਦਿੰਦੇ ਆ, ਭਜਨ ਸਿਮਰਨ 'ਚ ਬੈਠਦੇ ਆ, ਇਹ ਸੋਚ ਆਉਂਦੀ ਆ। ਤੁਹਾਡੀਆਂ ਵੀ ਜੋ ਅੱਜ ਅੱਖਾਂ ਮਿਲੀਆਂ ਨਾ, ਉਹ ਵੀ ਇੱਕ ਕਿਰਪਾ ਹੈ। ਕਈਆਂ ਲੋਕ, ਮੇਰੀ ਮਾਂ ਖੁਦ ਹੀ ਉਸ ਵੇਲੇ ਦੀ ਗੱਲ ਆ, ਅੱਜ ਤੋਂ 30-40 ਸਾਲ ਪਹਿਲਾਂ ਦੀ, ਉਹਨਾਂ ਦੀ ਅੱਖਾਂ ਦਾ ਆਪਰੇਸ਼ਨ ਹੀ ਨਹੀਂ ਹੋਇਆ। ਸਭ ਕੁਝ ਸੀਗਾ ਸਾਡੇ ਕੋਲ, ਲੇਕਿਨ ਉਸ ਵੇਲੇ ਦੀ ਗੱਲ ਆ, ਜਿਸ ਵੇਲੇ 40 ਸਾਲ ਪਹਿਲਾਂ ਦੀ ਗੱਲ ਆ, 40 ਤੋਂ 45 50 ਸਾਲ ਦੀ ਹੋ ਸਕਦੀ ਹੈ। ਉਸ ਵੇਲੇ ਕਰੋਨਾ ਜਿਹੜਾ ਤੁਸੀਂ ਪਾਇਆ ਨਾ, ਇਹਨੂੰ ਕਹਿੰਦੇ ਕੈਕਟਸ ਬੋਲਦੇ ਆ, ਮੋਤੀਆ, ਉਸ ਵੇਲੇ ਇਲਾਜ ਨਹੀਂ ਸੀਗਾ। ਤੋ ਅੰਨੇ ਦੇ ਅੰਨੇ ਹੀ ਚੱਲ ਗਏ। ਤੋ ਕਿਰਪਾ ਤੁਹਾਡੇ ਤੇ ਬਾਬਾ ਜੀ ਦੀ ਆ, ਤੁਹਾਨੂੰ ਨਿਗਾਹ ਦਿੱਤੀ ਹੈ, ਇਹ ਬਾਬਾ ਜੀ ਦੇ ਦਰਸ਼ਨ ਕਰਨੇ ਦਿੱਤੀ ਆ, ਤੁਹਾਡੇ ਗੁਰੂਆਂ ਦੇ ਦਰਸ਼ਨ ਕਰਨੇ ਵਾਸਤੇ ਦਿੱਤੀ ਆ, ਅੱਛੀਆਂ ਚੀਜ਼ਾਂ ਦੇਖਣੇ ਵਾਸਤੇ ਦਿੱਤੀ ਆ, ਤੇ ਇਹਨੂੰ ਅੱਛੇ ਢੰਗ ਨਾਲ ਰੱਖਣਾ ਹੈ, ਇਹਨਾਂ ਦੀ ਕਿਰਪਾ ਸਮਝ ਕੇ ਕਰਨਾ ਹੈ। ਇਹ ਮੈਂ ਅੱਗੇ ਵੀ ਸਾਲ ਦੇ ਪਹਿਲੇ ਹਰੇਕ ਸਾਲ ਇੱਥੇ ਇਹ ਹੁੰਦਾ ਅੱਖਾਂ ਦਾ ਆਪਰੇਸ਼ਨ, ਅੱਗੇ ਦੰਦਾਂ ਦਾ ਵੀ ਕਰਦੇ ਸੀਗੇ ਤੇ ਹੁਣ ਅੱਖਾਂ ਦਾ ਕਰਦੇ ਆ। ਤੇ ਅੱਖਾਂ ਨੂੰ ਬਸ ਬਾਬਾ ਜੀ ਦੇ ਦਰਸ਼ਨ ਕਰਨ ਲਈ, ਆਪਣੇ ਜਿਸ ਗੁਰੂ ਨੂੰ ਵੀ ਮੰਨਦੇ ਆ ਉਹਨਾਂ ਦੇ ਦਰਸ਼ਨ ਕਰਨ ਲਈ ਅੱਖਾਂ ਮੀਟ ਕੇ ਵੀ ਦਰਸ਼ਨ ਹੁੰਦੇ ਆ। ਸਾਡੇ ਤਾਂ ਗੁਰੂ ਇਹ ਵੀ ਅੱਖਾਂ ਮੀਟ ਕੇ ਦਰਸ਼ਨ ਕਰਨੇ ਆ, ਕੰਨਾਂ ਨੂੰ ਬੰਦ ਕਰਕੇ ਸੁਣਨਾ ਹੈ। ਤੁਸੀਂ ਕੰਨਾਂ ਨੂੰ ਬੰਦ ਕਰੋਗੇ ਤੁਹਾਨੂੰ ਅਨਹਦ ਧੁਨ ਸੁਣੇਗੀ। ਇਹ ਸੁਣੋ, ਅੱਖਾਂ ਵੀ ਬੰਦ ਕਰਕੇ ਵੀ ਦੇਖੋ, ਇਹ ਅੱਖਾਂ ਦੁਨਿਆਵੀ ਦੇਖਣ ਵਾਸਤੇ। ਤੋ ਮੈਂ ਇਹੀ ਆ ਵੀ ਤੁਹਾਡਾ ਬਾਬਾ ਜੀ ਦਾ ਬਹੁਤ ਬਹੁਤ ਸ਼ੁਕਰ ਕਰਦਾ, ਤੁਹਾਨੂੰ ਇਹਨਾਂ ਨੇ ਅੱਖਾਂ ਦਿੱਤੀਆਂ ਆ, ਸਹੀ ਯੂਟਿਲਾਈਜ਼ ਕਰੋ, ਭਜਨ ਸਿਮਰਨ ਕਰੋ। ਆਪਣੇ ਜਿੱਦਾਂ ਡਾਕਟਰ ਸਾਹਿਬ ਦੀ, ਮੈਂ ਤਾਂ ਡਾਕਟਰਾਂ ਨੂੰ ਵੈਸੇ ਲੜਾਕੀ ਸਮਝਦਾ ਸੀ, ਅੱਜ ਇੱਥੇ ਸੁਣਿਆ ਤਾਂ ਬੜੇ ਅੱਛੇ ਡਾਕਟਰ ਆ। ਮੈਨੂੰ ਤਾਂ ਪੀਜੀ ਯਾਦ ਆਉਂਦੇ, ਪੀਜੀ ਡਾਕਟਰ ਦਬਕੇ ਬਹੁਤ ਮਾਰਦੇ, ਮੈਨੂੰ ਲੱਗਦਾ ਅੰਦਰ ਤਾਂ ਦਬਕੇ ਮਾਰਦੇ, ਪਰ ਹੁਣ ਬੜੇ ਅੱਛੇ ਲੱਗਦੇ ਸੀਗੇ ਮੈਨੂੰ। ਮੈਂ ਤਾਂ ਲੱਗਾ ਸੀ ਇਹਨਾਂ ਦੇ ਪੈਰੀ ਹੱਥ ਲਾਉਣ ਵੀ ਇੰਨੇ ਵੀ ਅੱਛੇ ਡਾਕਟਰ ਹੁੰਦੇ ਆ, ਪਰ ਇਹਨਾਂ ਨੇ ਆਪਣਾ ਦੱਸਦਾ ਕਹਿੰਦੇ ਅੰਦਰ ਦਬਕੇ ਮੈਂ ਜ਼ਰੂਰ ਮਾਰਦਾ। ਲੇਕਿਨ ਰੱਬ ਹੀ ਹੈ ਸਾਡੇ ਲਈ ਰੱਬ ਆ। ਅਸੀਂ ਆਪਣੀ ਜਿੰਦ ਜਾਨ ਨੂੰ ਇਹਨਾਂ ਦੇ ਹਵਾਲੇ ਕਰਕੇ ਲਿਟ ਜਾਂਦੇ ਹਾਂ। ਜਦੋਂ ਮਰਜੀ ਟੀਕਾ ਲਾਉਣ, ਬੇਹੋਸ਼ੀ ਕਰਨ, ਜੋ ਮਰਜੀ ਜੋ ਵੀ ਮਾਰਚ ਪਾੜ, ਚਾਹੇ ਉਹਨਾਂ ਦੇ ਟਾਂਕੇ ਲਾਉਣ, ਇਹ ਰੱਬ ਆ। ਰੱਬ ਕਿਤੇ ਤੁਹਾਡੇ ਸਾਹਮਣੇ ਆ ਕੇ ਖੜੇ ਨਹੀਂ ਹੋ ਜਾਣੇ ਵੀ ਹਾਂ ਮੈਂ ਰੱਬ ਆ ਗਿਆ, ਨਹੀਂ। ਇਹੀ ਰੱਬੀ ਜਿਹਨੇ ਤੁਹਾਡੇ ਲਈ ਅੱਛਾ ਸੋਚਣਾ, ਉਹੀ ਰੱਬ ਆ। ਜੋ ਵੀ ਤੁਹਾਨੂੰ ਨਜ਼ਰ ਆ ਰਿਹਾ ਰੱਬ ਹੀ ਆ, ਰੱਬੀ ਰੂਪ ਹੈਗਾ ਆ। ਤੇ ਡਾਕਟਰ ਸਾਹਿਬ ਵੀ ਸਾਡੇ ਰੱਬ ਆ, ਇੱਧਰ ਵੀ ਡਾਕਟਰ ਸਾਹਿਬ ਖੜੇ ਆ, ਜੇ ਰੱਬ ਹੀ ਆ ਇਹ। ਤੇ ਇਹਨਾਂ ਦਾ ਵੀ ਸ਼ੁਕਰ ਕਰੋ, ਬਾਬਾ ਜੀ ਦਾ ਤਾਂ ਸਭ ਤੋਂ ਵੱਧ ਸ਼ੁਕਰ ਕਰੋ। ਤੇ ਜਿਹਨਾਂ ਡਾਕਟਰ ਸਾਹਿਬ ਤੇ ਇਹਨਾਂ ਨੇ ਧਾਰਮਿਕ ਗੱਲਾਂ ਵੀ ਬਹੁਤ ਅੱਛੀਆਂ ਕੀਤੀਆਂ, ਮੈਨੂੰ ਨਹੀਂ ਸੀ ਪਤਾ ਵੀ ਇਹ ਵੀ ਜਾਣਦੇ ਆ, ਲੇਕਿਨ ਤੁਹਾਨੂੰ ਜੋ ਵੀ ਦੱਸੀਆਂ 100% ਸਹੀ ਆ। ਇਹ ਵੀ ਅੰਦਰਲੇ ਡਾਕਟਰ ਆ, ਬਾਹਰਲੇ ਡਾਕਟਰ ਦਾ ਹੈ, ਅੰਦਰੋਂ ਵੀ ਡਾਕਟਰ ਆ, ਬਹੁਤ ਨੌਲੇਜ ਰੱਖਣ ਵਾਲੇ ਮੈਂ ਦੇਖਿਆ। ਮੈਂ ਸ਼ੁਕਰਗੁਜ਼ਾਰ ਹਾਂ ਇਹਨਾਂ ਨੂੰ, ਇਹਨਾਂ ਦੇ ਦਰਸ਼ਨ ਮੈਨੂੰ ਵੀ ਹੋਏ ਆ। ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਤੁਹਾਡੇ ਦਰਸ਼ਨ ਹੋਏ, ਮੇਰੇ ਬਾਬਾ ਜੀ ਦੇ ਦਰਸ਼ਨ ਹੋਏ, ਤੇ ਡਾਕਟਰ ਸਾਹਿਬ ਦੇ ਦਰਸ਼ਨ ਹੋਏ। ਭੈਣ ਸੰਤੋਸ਼ ਜੀ ਆ ਸਾਡੇ ਬਹੁਤ ਮੈਨੂੰ ਪਿਆਰ ਕਰਦੇ ਆ, ਮੇਰੀ ਛੋਟੇ ਭੈਣ ਜੀ ਆ ਇਹ। ਤੇ ਇਹ ਇਹਨਾਂ ਦੀ ਅਸੀਂ ਜ਼ਿੰਦਗੀ ਦੇਖਦੇ ਆ 11 ਵਾਰ ਸਭ ਸੇਵਾ, ਤੁਹਾਡੇ ਲੋਕਾਂ ਦੀ ਸੇਵਾ, ਸਾਰੇ ਸੰਗਤਾਂ ਦੀ ਸੇਵਾ, ਇਹਨਾਂ ਦੀ ਵੀ ਸੇਵਾ ਦਾ ਕੋਈ ਕੀਮਤ ਨਹੀਂ, ਮੁੱਲ ਨਹੀਂ ਹੈ। ਤੋ ਅਸੀਂ ਇਹਨਾਂ ਨੂੰ ਵੀ ਪ੍ਰਣਾਮ ਕਰਦੇ ਆ। ਤੇ ਸਾਡੇ ਤਾਂ ਛੋਟੇ ਭੈਣ ਜੀ ਆ। ਤੋ ਤੁਹਾਡੇ ਦਰਸ਼ਨ ਕੀਤੇ ਬੜਾ ਅੱਛਾ ਲੱਗਾ, ਬਾਬਾ ਜੀ ਦੇ ਦਰਸ਼ਨ ਕੀਤੇ ਬੜਾ ਅੱਛਾ ਲੱਗਾ, ਡਾਕਟਰ ਸਾਹਿਬ ਨੂੰ ਮਿਲੇ ਅੱਛਾ ਲੱਗਾ। ਤੇ ਬਸ ਇਹਨਾਂ ਅੱਖਾਂ ਨੂੰ ਸੰਭਾਲ ਕੇ ਰੱਖੋ। ਇਹ ਜੇ ਆਪਾਂ ਨੂੰ ਰੱਬ ਨੇ ਮੁਫਤ ਦਿੱਤੀਆਂ, ਜਦੋਂ ਤੁਹਾਨੂੰ ਕਿਤੇ ਪੈਸੇ ਦੇਣੇ ਪੈਣੇ ਤਾਂ 25-30 ਹਜ਼ਾਰ ਰੁਪਈਆ ਇਹਨਾਂ ਦਾ ਲੱਗਦਾ, ਅਸੀਂ ਲਵਾਇਆ ਆਪ, ਤੇ ਕਈ ਗਰੀਬ ਲੋਕ ਨਹੀਂ ਲਾ ਸਕਦੇ। ਇਹਨਾਂ ਨੂੰ ਸੰਭਾਲ ਕੇ ਰੱਖਿਓ, ਇਹ ਗਿਫਟ ਦਿੱਤਾ ਹੈ ਪਰਮਾਤਮਾ ਨੇ। ਸਾਡਾ ਸਰੀਰ ਦੇ ਵਿੱਚ ਜਿਹੜੇ ਅੰਗ ਆ ਸਾਨੂੰ ਗੋਡ ਨੇ ਫ੍ਰੀ ਦਿੱਤੇ। ਹੋ ਕਿਡਨੀ ਖਰਾਬ ਹੋ ਜਾਏ, ਕਿਡਨੀ ਬੰਦੇ ਦੀ ਪੈਂਦੀ ਆ, ਤੁਸੀਂ ਡੁਪਲੀਕੇਟ ਅੱਜ ਤੱਕ ਸਾਇੰਸ ਕੋਈ ਬਣਾ ਨਹੀਂ ਸਕੀ। ਦਿਲ ਜਿਹੜਾ ਬੰਦੇ ਦਾ ਹੀ ਹੈ, ਲੀਵਰ ਬੰਦੇ ਦਾ ਹੀ ਪਏਗਾ। ਇਹ ਪਰਮਾਤਮਾ ਨੇ ਕਿੱਡੀਆਂ ਅਨਮੋਲ ਚੀਜ਼ਾਂ ਤੁਹਾਨੂੰ ਫ੍ਰੀ ਆਫ ਕਾਸਟ ਦਿੱਤੀਆਂ, ਤੇ ਉਹਦੇ ਬਦਲੇ 'ਚ ਅਸੀਂ ਪਰਮਾਤਮਾ ਨੂੰ ਕੀ ਦਿੰਦੇ ਆ? ਤੁਸੀਂ ਸੋਚੋ। ਉਹਨੂੰ ਉਹ ਕੁਝ ਨਹੀਂ ਮੰਗਦਾ, ਉਹ ਕਹਿੰਦਾ ਵੀ ਮੈਨੂੰ ਯਾਦ ਰੱਖੋ, ਮੈਨੂੰ ਯਾਦ ਰੱਖੋ। ਉਹਨੂੰ ਯਾਦ ਰੱਖਣ ਦਾ ਤਰੀਕਾ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਜੋ ਵੀ ਤੁਸੀਂ ਕਹਿਣਾ ਚਾਹੁੰਦੇ ਕਹੋ, ਮੱਥਾ ਟੇਕੋ, ਪਰ ਆਪਣੇ ਭੈਣਾਂ ਭਰਾਵਾਂ ਦਾ, ਸਮਾਜ ਸੋਸਾਇਟੀ ਦਾ ਧਿਆਨ ਰੱਖੋ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਥੈਂਕ ਯੂ ਵੈਰੀ ਮਚ। ਇਹ ਸਨ ਸਰਦਾਰ HS ਸਿੱਧੂ ਸਾਹਿਬ। ਅੱਧੀ ਇੰਡੀਆ ਦੇ ਹੱਥ 'ਚ, ਅੱਧੀ ਇੰਡੀਆ ਨਾ ਜਿਹੜੇ ਆ 2 ਨੰਬਰ ਦਾ ਕੰਮ ਕਰਦੇ ਆ, ਸਾਰੇ ਇਹਨਾਂ ਦੇ ਕੋਲ ਆ। ਇਹਨਾਂ ਦੇ ਪੈਰੀ ਆ ਕੇ ਪੈਂਦੇ ਵੀ ਸਾਡੇ ਦੇ ਰਹਿਮਤਾਂ ਕਰੋ, ਕਿਉਂਕਿ ਇਹਨਾਂ ਨੂੰ ਮਾਲਕ ਨੇ ਇੰਨੀ ਬਖਸ਼ਿਸ਼ ਕੀਤੀ ਆ, ਇਹਨਾਂ ਦੇ ਬਜ਼ੁਰਗਾਂ ਦੀ, ਇਹਨਾਂ ਦੇ ਸੀਸ ਤੇ ਮਿਹਰ ਭਰਿਆ। ਅਸੀਂ ਇੱਕ ਵਾਰੀ ਇਹਨਾਂ ਨੂੰ ਹਰਿਦੁਆਰ ਲੈ ਗਏ ਤੇ ਉੱਥੇ ਇਹਨਾਂ ਨੇ ਆਪਣੀ ਗੱਲ ਦੱਸੀ। ਆਪਣੀ ਗੱਲ ਕੋਈ ਦੱਸਦਾ ਨਹੀਂ, ਪਰ ਇਹਨਾਂ ਨੇ ਆਪਣੀ ਗੱਲ ਦੱਸੀ ਕਿ ਮੈਂ ਜਿਸ ਵੇਲੇ ਪੜ੍ਹਦਾ ਸੀ ਤੇ ਮੇਰੇ ਪਿਤਾ ਜੀ ਉਹ ਬਾਹਰੋਂ ਪੱਤੇ ਇਕੱਠੇ ਕਰਕੇ ਨਾ, ਬਾਲਣ ਇਕੱਠਾ ਕਰਕੇ ਰੱਖ ਲੈਣਾ, ਤੇ ਉਹਨਾਂ ਨੇ ਜਦੋਂ ਮੈਂ ਰਾਤ ਨੂੰ ਪੜ੍ਹਨਾ ਤਾਂ ਮੈਨੂੰ ਚਾਹ ਬਣਾ ਕੇ ਪਿਲਾਉਣੀ ਵੀ ਬੇਟਾ ਇਹਨਾਂ ਕਿਤੇ ਨੀਂਦ ਨਾ ਆ ਜਾਵੇ।
ਤੇ ਇਹਨਾਂ ਨੇ ਸਾਰੀ ਰਾਤ ਪੜ੍ਹ ਕੇ ਅੱਜ ਇਹ ਮਾਲਕ ਦੀ ਕਿਰਪਾ ਨਾਲ ਇੰਨੀ ਮਿਹਨਤ ਕਰਕੇ ਇੱਥੇ ਪਹੁੰਚੇ ਆ ਤੇ ਮਹਾਰਾਜ ਦੀ ਬਲੈਸਿੰਗ ਵੀ ਹੈਗੀ ਆ, ਮਹਾਰਾਜ ਦੀ ਕਿਰਪਾ ਵੀ ਆ। ਜਿਹੜੇ ਗੁਣ ਗਾ ਰਹੇ ਆ ਉਹ ਉਹਨਾਂ ਨੂੰ ਮੁੱਖ ਰੱਖ ਕੇ ਗੁਰੂਆਂ ਨੂੰ, ਤੇ ਉਹ ਅੱਜ ਇਹਨਾਂ ਦੇ ਵਿੱਚ ਹੋ ਕੇ ਆ ਰਹੇ ਆ। ਇਹ ਸਾਰੀ ਕਿਰਪਾ ਇਹਨਾਂ ਦੀ ਮਿਹਨਤ ਆ। ਤੋ ਅੱਜ ਸਾਡੇ ਵੀ ਬੈਠੇ ਤੁਰੇ ਫਿਰਦੇ ਆ, ਕੋਈ ਦਿਹਾੜੀ ਤੇ ਵੀ ਨਹੀਂ ਰੱਖਦਾ ਕਿਸੇ ਨੂੰ, ਉਹ ਦਿਹਾੜੀ ਤੇ ਵੀ ਨਹੀਂ ਕੋਈ ਰੱਖਦਾ, ਕਿਉਂਕਿ ਉਹ ਜਦੋਂ ਦਿਹਾੜੀ ਤੇ ਰੱਖਦੇ ਉਹ ਚੀਜ਼ਾਂ ਚੱਕ ਕੇ ਲੈ ਜਾਂਦੇ ਆ ਤੇ ਵਿਸ਼ਵਾਸ ਨਹੀਂ ਕਰਦੇ। ਅੱਜ ਇੱਦਾਂ ਦਾ ਜੀਵਨ ਬਣ ਚੁੱਕਾ ਸਾਡਾ, ਤੇ ਇਹਨਾਂ ਤੇ ਬਹੁਤ ਮਿਹਰ ਮਾਲਕ ਦੀ। ਅਸੀਂ ਇਹਨਾਂ ਨੂੰ ਹਰ ਟਾਈਮ ਟੈਲੀਫੋਨ ਤੇ ਗੱਲਬਾਤ ਕਰਦੇ ਰਹਿੰਦੇ, ਸਾਡੇ ਤੋਂ ਪੁੱਛਦੇ ਰਹਿੰਦੇ ਕਿਸ ਤਰ੍ਹਾਂ ਸਾਰਾ, ਤੇ ਮੈਂ ਕਿਹਾ ਚਲੋ ਆਪਣੇ ਅੱਖੀਂ ਆ ਕੇ ਦੇਖ ਲਓ ਅਸੀਂ ਕੀ ਕਰਦੇ ਆ। ਇਹ ਉਹੀ ਕੰਮ ਕਰਦੇ ਜਿਹੜਾ ਪਹਿਲਾਂ ਕਰਦੇ ਸੀਗੇ, ਤੇ ਬਹੁਤ ਮਿਹਰਬਾਨੀ ਤੁਹਾਡੀ ਦਾ। ਮੈਂ ਕਿਹਾ ਆਹ ਤੇ ਉਹਦੇ ਨਾਲ ਵਧੀਆ ਸੀ ਉਹ ਅੱਖ ਜਿਹੜੀ ਦੂਸਰੀ ਆ, ਤੇ ਉਹ ਮੈਂ ਕਿਹਾ ਆਹ ਅੱਖ ਕਹਿੰਦੇ ਇਹ ਤਾਂ ਮੇਰੀ ਪੱਥਰ ਦੀ ਆ, ਉਹਦੇ ਬਰਾਬਰ ਹੀ ਆ ਉਹ ਵੀ। ਪਰ ਉਹ ਸਾਨੂੰ ਮਹਿਸੂਸ ਹੁੰਦੀ ਕਿ ਬਾਬਾ ਜੀ ਦੀ ਅੱਖ ਇੱਕ ਤਾਂ ਝਮਕਦੇ, ਦੂਸਰੀ ਝਮਕਦੇ ਸੀ, ਇੱਧਰ ਹੀ ਝਮਕਦੇ ਨਹੀਂ ਸੀਗੇ। ਅਸੀਂ ਕਿਹਾ ਵੀ ਨਹੀਂ, ਤੁਹਾਡੀ ਅੱਖ ਜਿਹੜੀ ਅਸੀਂ ਇਹ ਤੁਹਾਨੂੰ ਇਸ ਤਰ੍ਹਾਂ ਨਹੀਂ ਜਾਣ ਦੇਣਾ, ਹਨੇਰੇ 'ਚ ਨਹੀਂ ਜਾਣ ਦੇਣਾ, ਤੁਹਾਨੂੰ ਚਾਨਣ ਵਿੱਚ ਜਾਣ ਦੇਣਾ। ਤੋ ਇੱਕ ਐਸਾ ਇਹਨਾਂ ਦੇ ਕੋਲ ਟੈਕਨੋਲੋਜੀ ਆ ਗਈ ਆ ਵੀ ਤੁਸੀਂ ਪੱਟੀ ਨਹੀਂ ਬੰਨਣੀ, ਤੇ ਤੁਹਾਨੂੰ ਉਸੇ ਵੇਲੇ ਘਰ ਨੂੰ ਉੱਥੋਂ ਉਠਾ ਕੇ ਤੋੜ ਦੇਣਾ। ਪੁੱਛ ਵੀ ਲੈਣਾ ਵੀ ਤੁਹਾਨੂੰ ਕੀ ਦੀਦਾ, ਸਾਰਾ ਉਸੇ ਵੇਲੇ ਦਿਸਦਾ ਪੂਰਾ, ਉਹਦੇ ਨਾਲ ਜ਼ਿਆਦਾ ਦਿਸਦਾ। ਤੇ ਉਹ ਬਜ਼ੁਰਗ ਸਾਡੇ ਵਿੱਚ ਬੈਠੇ ਆ, ਰੰਧਾਵਾ ਸਾਹਿਬ। ਤੇ ਇੱਧਰ ਤੁਸੀਂ ਕਿੱਥੋਂ ਆਏ ਸੀ? ਹਾਂਜੀ, ਨੂਰਪੁਰਾ। ਹਾਂਜੀ। ਇੱਕੋ ਹੀ ਅੱਖ ਆਪਕੀ? एक ही है जी, ਹਾਂ, ਤੇ ਦੂਸਰੀ दूसरी खराब है जी, ਉਹਦੇ ਵਿੱਚ ਨਹੀਂ ਦਿਸਦਾ ਨਾ? ना कुछ नहीं दिखता। तो ਹੁਣ ਦਿਸਦਾ ਇੱਧਰ ਚੰਗਾ हाँ, बढ़िया? इधर से बढ़िया दिखता है। हाँ, बहुत बढ़िया बन गई ना। हाँ जी, हाँ जी। हाँ, एक ही आँख थी आपकी, बन गई, बहुत बढ़िया बन गई, और बहुत बढ़िया बनी है, और लाइट बहुत बढ़िया आगे नालों। हाँ जी, ठीक है, हाँ थैंक यू। जी। ਤੇ ਮੈਂ ਹੁਣ ਇੱਕ ਮਿੰਟ ਸਾਡੇ ਦੀਵਾਨਾ ਜੀ ਜਿਨ੍ਹਾਂ ਨੇ ਇੱਥੋਂ ਆਪਣੇ ਸਾਨੂੰ ਸੇਵਾ ਦਿੱਤੀ ਹੈ, ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸ਼ਬਦ ਸੰਗਤ ਨੂੰ ਕਹਿਣਗੇ, ਉਸ ਤੋਂ ਬਾਅਦ ਆਪਾਂ ਤੁਹਾਨੂੰ ਫਿਰ ਮੈਂ ਬਾਬਾ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਕੱਲ ਵੀ ਇਹਨਾਂ ਨੇ ਮੇਰੇ ਬਾਰੇ ਬੜੀਆਂ ਸਿਫਤਾਂ ਕੀਤੀਆਂ, ਪਰ ਇਹ ਸਿਫਤਾਂ ਸਾਰੀਆਂ ਸਿਹਰਾ ਇਹਨਾਂ ਦੇ ਸਿਰ ਵੱਜਦਾ ਹੈ। ਸਿਫਤਾਂ ਦਾ ਸਿਹਰਾ ਜਿਹੜਾ ਸਾਰਾ ਇਹਨਾਂ ਦੇ ਸਿਰ ਵੱਜਦਾ, ਕਿਉਂਕਿ ਇਹ ਪੀਰਾਂ ਫਕੀਰਾਂ ਗੁਰੂਆਂ ਪੀਰਾਂ ਦੀ ਮਹਾਪੁਰਸ਼ਾਂ ਦੀ ਰਹਿਮਤ ਸਦਕਾ ਹੀ ਬੰਦਾ ਇੱਥੇ ਤੱਕ ਪਹੁੰਚਦਾ। ਜਿੱਦਾਂ ਜੱਜ ਸਾਹਿਬ ਹੋਰਾਂ ਨੇ ਦੱਸਿਆ ਆਪਣੇ ਵਾਪਤ ਕਿ ਰਹਿਮਤ ਹੈ ਇਹਨਾਂ ਰਹਿਬਰਾਂ ਦੀ, ਮਹਾਪੁਰਸ਼ਾਂ ਦੀ। ਅੱਖਾਂ ਬਾਰੇ ਮੈਂ ਇੱਕ ਗੱਲ ਕਹਿਣੀ ਆ, ਉਸ ਤੋਂ ਬਾਅਦ ਬਾਬਾ ਜੀ ਆਪਣਾ ਜਿਹੜਾ ਅਗਲਾ ਪ੍ਰੋਗਰਾਮ ਕਰਨਗੇ, ਦੱਸਣਗੇ। ਅੱਖਾਂ ਬਾਰੇ ਮੈਂ ਲਿਖਿਆ ਕਿ ਅੱਖਾਂ ਵਾਲਿਓ ਅੱਖਾਂ ਤੋਂ ਰਹੋ ਬਚ ਕੇ। ਰੂਹਾਨੀ ਗੱਲ ਕਰ ਰਿਹਾ। ਹੈਲੋ। ਅੱਖਾਂ ਵਾਲਿਓ ਅੱਖਾਂ ਤੋਂ ਰਹੋ ਬਚ ਕੇ, ਅੱਖਾਂ ਮਾਫ ਕਿਸੇ ਨੂੰ ਕਰਦੀਆਂ ਨੇ। ਅੱਖਾਂ ਵਾਲਿਓ ਅੱਖਾਂ ਤੋਂ ਰਹੋ ਬਚ ਕੇ, ਅੱਖਾਂ ਮਾਫ ਕਿਸੇ ਨੂੰ ਕਰਦੀਆਂ ਨਹੀਂ। ਤੀਰ ਛੱਡਦੀਆਂ ਫਰਸ਼ ਤੋਂ ਅਰਸ਼ ਉੱਤੇ, 100 ਰੱਬ ਦੀ ਰੱਬ ਤੋਂ ਵੀ ਡਰਦੀਆਂ ਨਹੀਂ। ਤੀਰ ਛੱਡਦੀਆਂ ਫਰਸ਼ ਤੋਂ ਅਰਸ਼ ਉੱਤੇ, 100 ਰੱਬ ਦੀ ਰੱਬ ਤੋਂ ਵੀ ਡਰਦੀਆਂ ਨਹੀਂ। ਬਾਜੀ ਇਸ਼ਕ ਸ਼ਤਰੰਜ ਦੀ ਆਸ਼ਕਾਂ ਤੋਂ ਜਿੱਤ ਲੈਂਦੀਆਂ, ਕਦੇ ਵੀ ਹਾਰਦੀਆਂ ਨਹੀਂ। ਮਰਨੇ ਵਾਲੇ دیਵਾਨੀਆਂ ਮਰ ਜਾਂਦੇ, ਪਰ ਅੱਖਾਂ ਕਬਰ ਦੇ ਵਿੱਚ ਵੀ ਮਰਦੀਆਂ ਨੇ। ਜਦੋਂ ਮਰਜੀ ਜਿਹੜਾ ਕੋਈ ਪੀਰ ਫਕੀਰ ਰਹਿਬਰ ਆ, ਇਹਨਾਂ ਦੀਆਂ ਅੱਖਾਂ ਆਪਣੇ ਮੁਰਸ਼ਿਦ, ਆਪਣੇ ਯਾਰ, ਆਪਣੇ ਦੀਦਾਰ ਦੇ ਲਈ ਹਰ ਵੇਲੇ ਕਬਰ ਦੇ ਵਿੱਚ ਵੀ ਅੱਡੀਆਂ ਰਹਿੰਦੀਆਂ। ਕਿਉਂਕਿ ਜਦੋਂ ਮੇਰ ਵਿੱਚ ਆਉਣ ਇਹ ਸਰਕਾਰ ਦੀਆਂ ਅੱਖਾਂ, ਤੇ 12 ਸਾਲਾਂ ਵਾਲੇ ਡੁੱਬੇ ਬੇੜੇ ਫਿਰ ਤਾਰ ਦੀਆਂ ਅੱਖਾਂ। ਇਹਨਾਂ ਦੀ ਕਿਰਪਾ ਦੇ ਨਾਲ ਹੀ ਸਾਡੇ ਬੇੜੇ ਜਿਹੜੇ ਤਰ ਗਏ ਆ ਬਾਬਾ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਆਓ ਸੇਵਾ ਦਾ ਮੌਕਾ ਬਖਸ਼ਿਸ਼ ਕੀਤਾ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਦੀ ਅਗਵਾਈ ਦੇ ਵਿੱਚ ਸਰਦਾਰ ਸੁੱਚਾ ਸਿੰਘ ਜੀ ਬੇਗਲ, ਬੀਬੀ ਅਮਰ ਕੌਰ, ਬੀਬੀ ਪ੍ਰਕਾਸ਼ ਕੌਰ ਸੋਲ, ਡਾਕਟਰ ਜਸਵੰਤ ਸਿੰਘ ਸੋਲ, ਬੀਬੀ ਨਿਰਮਲਾ ਜੀ, ਜਿਨ੍ਹਾਂ ਦੇ ਦੁਆਰਾ ਇਹ ਬਾਬਾ ਜੀ ਦੇ ਜ਼ਰੀਏ ਆਪ ਲੋਕਾਂ ਦੀ ਸੇਵਾ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਪਰਿਵਾਰਾਂ ਦਾ, ਯੂਕੇ ਵਾਲਿਆਂ ਦਾ, ਔਰ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਸੰਗਤਾਂ ਦਾ, ਕਿਉਂਕਿ ਸੰਗਤ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ। ਤੋ ਇਹ ਸੰਗਤਾਂ ਦੀ ਜਿਹੜੀ ਸੇਵਾ ਆ ਇੱਕ ਭਾਗਾ ਗੁਰ ਕੀ ਸੇਵਾ ਸਫਲ ਹੈ। हाँ, गुर की सेवा सफल है जे को करे चितलाए। संगत की सेवा भी सफल है जे को करे चितलाए, क्योंकि संगतां दी जिहड़ा सेवा है सब तो वड्डी सेवा हुंदी नहीं, ये मिलदी नहीं। तो मैं बाबा जी का बहुत बहुत धन्यवाद करती हाँ जिन्होंने कुंभ लाया हुआ है। तो मैं अपने वड्डे वीर HS सिद्धू जी जो स्पैशल तौर पर ਦਿੱਲੀ ਤੋਂ ਆਏ ਹਨ, ਕਿਉਂਕਿ ਅਸੀਂ ਇਹਨਾਂ ਨੂੰ ਬੁਲਾਇਆ ਸੀ ਕਿ ਤੁਸੀਂ 22 ਨੂੰ ਜ਼ਰੂਰ ਪਹੁੰਚੋ, ਇਨੈਗੋਰੇਸ਼ਨ ਤਾਂ ਉੱਥੋਂ ਕਰਾਉਣੀ ਆ, ਲੇਕਿਨ ਇਹਨਾਂ ਦੀ ਕੋਈ ਮਜਬੂਰੀ ਸੀ। ਇਹ ਬੜੇ ਵੱਡੇ ਪੋਸਟ ਤੇ ਦਿੱਲੀ ਦੇ ਵਿੱਚ ਬੈਠੇ ਨੇ, ਔਰ ਜਿੱਦਾਂ ਬਾਬਾ ਜੀ ਨੇ ਤੁਹਾਨੂੰ ਦੱਸਿਆ ਕਿ ਅੱਧੀ ਇੰਡੀਆ ਦੇ ਮਾਲਕ ਹਨ। ਤੋਂ ਕਿਉਂਕਿ ਇਹ ਜਿਹੜਾ ਡਿਪਾਰਟਮੈਂਟ ਆ ਨਾ, ਇਹ ਸਾਰਿਆਂ ਤੇ ਸ਼ਿਕੰਜਾ ਕੱਸ ਕੇ ਰੱਖਦਾ ਆ। ਜਿਹੜੇ ਗਲਤ ਕੰਮ ਕਰਦੇ ਤਾਂ ਉਹਨਾਂ ਨੂੰ ਫਿਰ ਸਿੱਧੇ ਰਸਤੇ ਵੀ ਪਾਉਣ ਵਾਲਾ ਇਹੀ ਡਿਪਾਰਟਮੈਂਟ ਆ।
तो बहुत प्यार है, बहुत प्यार है। 11 सालों तो दसिया सानू पता नहीं लगदा कि हले लगदा कि साल तो ही सानू मिले हैं, पर 11 साल का समा किवें बीत गया पता नहीं। और अथाह प्यार 3-3 दिन भी 4-4 दिन भी अपनी जॉब जो इत्थे अमृतसर सी ते रोज़ शाम नूं इत्थे आ जाना, तो सारी रात बैठे गल्लां 'च निकल जानी। तो इहो ਜਿਹੇ गुरसिख ਜਿਹੜੇ ਆ ਵੱਡੀਆਂ ਪੋਸਟਾਂ ਤੇ ਰਹਿ ਕੇ ਗੁਰੂ ਨੂੰ ਪਿਆਰ ਕਰਨ ਵਾਲੇ, ਸੰਗਤਾਂ ਨੂੰ ਪਿਆਰ ਕਰਨ ਵਾਲੇ, ਆਪਣੇ ਸਮਾਜ ਨੂੰ ਪਿਆਰ ਕਰਨੇ, ਕਿਉਂਕਿ ਸਮਾਜ ਦੀ ਚਿੰਤਾ ਕੋਈ ਕਰਦਾ ਹੈ। ਇਹ ਵੱਡੀਆਂ ਪੋਸਟਾਂ ਤੇ ਪਹੁੰਚ ਕੇ ਤਾਂ ਆਪਣੀ ਸਭ ਕੁਝ ਭੁੱਲ ਜਾਂਦੇ ਨੇ, ਕਹਿੰਦੇ ਕਿ ਅਸੀਂ ਖੁਦਾ ਬਣ ਗਏ। ਲੇਕਿਨ ਖੁਦਾ ਕੌਣ ਆ? ਜਿਹਨੇ ਤੁਹਾਨੂੰ ਭੇਜਿਆ। ਖੁਦਾਈ ਆਪਣੇ ਆਪ 'ਚ ਲਿਆ ਨਹੀਂ ਤਾਂ ਬੰਦਾ ਫਿਰ ਖਤਮ ਹੋ ਜਾਂਦਾ। ਤੇ ਜਿਹਨੇ ਜ਼ਮੀਨ ਤੇ ਪਿਆਰ ਕੀਤਾ, ਮਹਾਂਪੁਰਸ਼ਾਂ ਦੀ ਸੰਗਤ ਕੀਤੀ, ਕਿਉਂਕਿ ਮਹਾਂਪੁਰਸ਼ ਤੁਹਾਨੂੰ ਨਿਮਾਣੇ ਬਣਾਉਂਦੇ ਹਨ, ਨੀਵਾਂ ਰਹਿ ਕੇ ਦੁਨੀਆ 'ਚ ਵਿਚਰਨਾ ਸਿਖਾਉਂਦੇ ਹਨ। ਤਾਂ ਮੈਂ ਸੰਗਤਾਂ ਦਾ ਧੰਨਵਾਦ, ਅੱਖਾਂ ਦਾ, ਕਿਉਂਕਿ ਬਾਬਾ ਜੀ ਨੇ ਦੱਸਿਆ ਕਿ ਅੱਖਾਂ ਸਭ ਤੋਂ ਵਡਮੁੱਲਾ ਅੰਗ ਹੈ ਸਾਡੇ ਸਰੀਰ ਦਾ। ਜਿਨ੍ਹਾਂ ਨੂੰ ਇੱਕ ਅੱਖ ਸੀ ਨਾ, ਤੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਦੀ ਦੁਨੀਆ ਖਤਮ ਸੀ। ਪਰਸੋਂ ਇੱਕ ਬੀਬੀ ਜੀ ਆਏ ਤੇ ਉਹਨਾਂ ਦੀ ਇੱਕ ਅੱਖ ਸੀ, ਤੇ ਕਹਿੰਦੇ ਇਹਨਾਂ ਦੇ ਵਿਦਆਊਟ ਜਿਹੜਾ ਪੱਟੀ ਵਾਲਾ ਕਰਨਾ ਹੈ ਆਪਰੇਸ਼ਨ। ਤਾਂ ਬੀਬੀ ਜੀ ਦਾ ਪਿਆਰ ਸਾਡੇ ਵੀ ਅੱਖਾਂ 'ਚ ਆਂਸੂ ਆ ਕੇ ਕਹਿੰਦੀ ਨਹੀਂ ਜੀ, ਜੋ ਬਾਕੀਆਂ ਨੇ ਕੀਤਾ ਫਿਰ ਉਹ ਕਰੋ। ਅਸੀਂ ਅੱਧਾ ਪੌਣਾ ਘੰਟਾ ਲਾਇਆ, ਡਾਕਟਰ ਸਾਹਿਬ ਨੇ, ਡਾਕਟਰ ਗੁਪਤਾ ਜੀ ਨੇ ਵੀ ਲਾਇਆ ਟਾਈਮ, ਲੇਕਿਨ ਉਹ ਬੀਬੀ ਜੀ ਮੰਨੇ ਨਹੀਂ। ਅਸੀਂ ਉਹਨੂੰ ਉੱਧਰੋਂ ਬਾਹਰ ਵੀ ਇਹਨਾਂ ਨੇ ਭੇਜਿਆ ਕਿ ਤੁਹਾਡਾ ਅਸੀਂ ਕਰਾਂਗੇ, ਸੰਡੇ ਆ ਜਾਓ, ਸ਼ੁੱਕਰਵਾਰ ਆ ਜਾਓ, ਸ਼ੁੱਕਰ ਤੁਹਾਡਾ ਵਧੀਆ ਆਪਰੇਸ਼ਨ ਕਰਾਂਗੇ। ਦੂਜਾ ਕਹਿੰਦੇ ਨਹੀਂ ਜੀ, ਮੈਂ ਇਹੀ ਆਪਰੇਸ਼ਨ, ਕਿਸੇ ਹੋਰ ਦੀ ਸੇਵਾ ਕਰ ਦਿਓ, ਜ਼ਰੂਰਤਮੰਦ ਦੀ ਸੇਵਾ ਕਰ ਦਿਓ। ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ। ਜਿਨ੍ਹਾਂ ਦੇ ਕੋਲ ਸਮਰੱਥਾ ਹੈ, ਤਾਂ ਅਸੀਂ ਤਾਂ ਇਹੀ ਬੇਨਤੀ ਕਰਾਂਗੇ, ਜਿਨ੍ਹਾਂ ਕੋਲ ਸਮਰੱਥਾ ਹੈ ਪੈਸੇ ਖਰਚ ਕੇ ਇਹ ਲੈਂਸ ਪਾਉਣ ਦੀ ਜਾਂ ਆਪਰੇਸ਼ਨ ਕਰਾਉਣ ਦੀ, ਪਲੀਜ਼ ਉਹ ਜ਼ਰੂਰ ਆਪਣਾ ਸਾਥ ਦਿਓ, ਬਾਬਾ ਜੀ ਦਾ, ਸੁਸਾਇਟੀ ਦਾ ਸਾਥ ਦਿਓ, ਤਾਂ ਜੋ ਜਿਹੜੇ ਕੋਲ ਪੈਸਾ ਨਹੀਂ ਹੈ ਉਹਦਾ ਵੀ ਫਾਇਦਾ ਹੋ ਸਕੇ। ਤਾਂ ਮੈਂ ਡਾਕਟਰ ਗੁਪਤਾ ਜੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਇਹਨਾਂ ਦੀ ਟੀਮ ਦਾ ਪੂਰਾ ਵਰਲਡ ਦੇ ਵਿੱਚ ਲਾਈਵ ਚੱਲਿਆ। तो डॉक्टर्स थोड़ी देर बाद कह बंद कर दो, अज कल डॉक्टर साहब अज तुम दब के नहीं मारन देने पर फिर मीडिया ने आवाज़ बंद कर दी, क्योंकि कई बारी मैं कल वे खोल खड़ी सी ते बीबी जी बार बार अपना हथ अपने कपड़े ला रहे थे। कई बार जो इंस्ट्रूमेंट पे होंगे वो सारे ना स्टरलाइज किए होंगे हैं कि उन्होंने कोई जर्म ना लगा रहा, कोई इंसैक्ट ना लगा रहा, तो जो कितने इंस्ट्रूमेंट हथ लग जाए थोड़ा, तो फिर किसी का बहुत बड़ा नुकसान हो सकता। तो गुप्ता जी थोड़ा दबका मारे करो, हौली जोर ना नहीं मारना। तो मैं इन्होंने अपील भी कराँगी कि एक डॉक्टर की ड्यूटी लगा दो कि बाहरों जाके बैड पर पाना, तो उन्होंने थोड़ा जी इंस्ट्रक्शन देनी है कि तुसीं अपना हथ इस तरह रखना, तो किसी चीज़ को लगन नहीं देना, तो गुप्ता जी ने फिर दबका मारन की लोड़ ही नहीं पैगी। तो तो मैं मीडिया का बहुत बहुत धन्यवाद करती, क्योंकि मीडिया का उस दिन तो ही नाल लग के पूरी संगत का पूरे देश में दिखा रहे हैं, पूरे वर्ल्ड दिखा रहे हैं। अज बीबी जी साढ़े को बीबी अमृतपाल कौर आए ने जी, आशा वर्कर, ते सानू असीं इन्हां तो माफ़ी मंगते कि असीं इन्हां नूं दसना भुल गए, ते क्योंकि इन्हां दी बहुत वड्डी सेवा आ। ये करोना दे विच लॉकडाउन दे विच ਜਿਹੜੇ ਡਾਕਟਰਸ ਕੰਮ ਨਹੀਂ ਸੀ ਕਰਦੇ, ਕੋਈ ਨਹੀਂ ਸੀ ਕਰਦਾ, ਲੇਕਿਨ ਇਹ ਭੈਣਾਂ ਨੇ ਘਰ ਘਰ ਜਾ ਕੇ ਕਰੋਨਾ ਦੇ ਪੇਸ਼ੈਂਟ ਚੈੱਕ ਕੀਤੇ, ਉਹਨਾਂ ਨੂੰ ਲਿਆ ਹਸਪਤਾਲਾਂ ਦੇ ਵਿੱਚ ਇਹਨਾਂ ਨੇ ਟ੍ਰੀਟਮੈਂਟ ਕਰਵਾਇਆ। ਤਾਂ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਹਾਂ। ਸਾਡੇ ਮਹਾਰਾਜ ਜੀ, ਬੀਬੀ ਜੀ ਆਓ ਜਰਾ, ਅਸੀਂ ਨਾਮ ਭੁੱਲ ਜਾਂਦੇ ਬੀਬੀ ਦਾ, ਬੀਬੀ ਜੀ ਆਪਣਾ ਨਾਮ ਤਾਂ ਬਾਬਾ ਜੀ ਗੀਤਾ ਕਾਦਰੀ ਜੀ ਹੁਸ਼ਿਆਰਪੁਰ ਤੋਂ। ਇਹ ਦੀਵਾਨਾ ਜੀ ਦੀਆਂ ਅੱਖਾਂ ਨੇ, जो दीवाना जी अखा की प्रॉब्लम से अखा बन के इन्होंने काम किया बीबी जी ने, और बहुत सत्कारयोग संत ने, और समाज नाल जुड़े हुए हैं, समाज की चिंता करते हैं, हर वक्त चिंता करते। संत तो बहुत बनते हैं, लेकिन जो डिस्कशन होंगी तो बीबी जी होर कोई गल ही नहीं करते, रूहानियत के नाल हमेशा संगत की गल करनगे कि साडे समाज का गरीब का की बनेगा। तो इहो जिहे महापुरुषों भी असीं कोटन कोटन प्रणाम करते हैं। जिस तरह बाबा जी अपने 24 घंटे चिंता करते, तो इदां दे महापुरुष नाल जुड़े हैं, चंगियां नाल चंगे ही जुड़ते हैं, तो जो बंदा माड़ा होवे उन्हां माड़े ही सारे नज़र आते हैं, तो माड़े जुड़ते हैं। तो आपां चंगे बनना, आशीर्वाद लैके जानियां, तो बाबा जी नूं और सरदार सुच्चा सिंह बेगल जी सारे परिवार नूं असीसां देनियां, तां जो होर वध तों वध समाज की सेवा कर सकन। इन्हां शब्दां दे नाल सारियां संगतां दा कोटन कोटन धन्नवाद, और जनतक टीवी का धन्नवाद। जय गुरुदेव, धन गुरुदेव, वाहिगुरू जी का खालसा, वाहिगुरू जी की फतेह। सरदार साहब ਤੁਹਾਡਾ ਸਨਮਾਨ ਇਸੇ ਕਰਕੇ ਕਰ ਰਹੇ ਨੇ, ਤੁਸੀਂ ਬਹੁਤ ਵਧੀਆ ਕੰਮ ਕੀਤਾ, ਤੇ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਅੱਜ ਮਾਲਕ ਦੇ ਕਿਰਪਾ ਦੇ ਨਾਲ ਅਖੰਡ ਪਾਠ ਰੱਖਣ ਜਾ ਰਹੀਆਂ ਸੰਗਤਾਂ, ਤੋਂ ਸਾਰਿਆਂ ਦਾ ਰੱਖੋ ਦਿਓ ਕੋਈ ਨਹੀਂ। बोले सो निहाल। परम सत्कारयोग गुरु साध संगत जी, आप जी देख रहे हो जो 22 तरीक तो ये अखां दा फ्री कैंप लगाया सी सरदार सुच्चा सिंह जी बेगल दे परिवार वालों और सारियां संगतां वालों,
ਔਰ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਵਿਖੇ ਇਹ ਜੋ ਕੁੰਭ ਹੈ ਅੱਖਾਂ ਦਾ ਚੱਲ ਰਿਹਾ ਹੈ। ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਹਰ ਸਾਲ ਬਿਗਲ ਪਰਿਵਾਰ ਵੱਲੋਂ 2-3 ਆਪਣੇ ਅਖੰਡ ਪਾਠ ਰੱਖ ਕੇ ਅਰਦਾਸ ਬੇਨਤੀਆਂ ਕਰਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਕੈਂਪ ਸ਼ੁਰੂ ਹੁੰਦੇ ਆ। ਤਾਂ ਅੱਜ ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ 28 ਤਰੀਕ ਆ ਤੇ 23 ਤਰੀਕ ਤੋਂ ਜਿਨ੍ਹਾਂ ਲੋਕਾਂ ਦੇ ਜਿਨ੍ਹਾਂ ਸੰਗਤਾਂ ਦੇ ਲੈਂਸ ਪਾਏ ਗਏ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ। ਔਰ ਅੱਜ ਵੀ ਜਿਨ੍ਹਾਂ ਦੇ ਕੱਲ ਜਿਹਨੂੰ ਸੈੱਟ ਕੀਤਾ ਸੀ ਅੱਜ ਉਹਨਾਂ ਦੇ ਲੈਂਸ ਪਾ ਕੇ ਉਹਨਾਂ ਨੂੰ ਘਰ ਭੇਜਣ ਵਾਸਤੇ ਮਾਲਕ ਦੇ ਚਰਨਾਂ 'ਚ ਅਰਦਾਸ ਕਰਦੇ ਆ। तो उन्होंने मालक सीस से मेहर भरिया हाथ रखे। तो ਜਿਹੜੇ ਬਿਗਲ ਪਰਿਵਾਰ ਹੈ ਜਾਂ ਜਿਹਨਾਂ ਦਾਨੀ ਸੱਜਣ ਜਿਨ੍ਹਾਂ ਨੇ ਇਹਨਾਂ ਵਿੱਚੋਂ ਆ ਕੇ ਸੇਵਾ ਨਿਭਾਈ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ। ਖਾਸ ਕਰਕੇ ਸਰਦਾਰ ਸੁੱਚਾ ਸਿੰਘ ਬੇਗਲ, ਬੀਬੀ ਅਮਰ ਕੌਰ, ਬੀਬੀ ਪ੍ਰਕਾਸ਼ ਕੌਰ ਔਰ ਡਾਕਟਰ ਜਸਵੰਤ ਜੀ ਤੇ ਬੀਬੀ ਨਿਰਮਲਾ ਜੀ, ਇਹਨਾਂ ਦਾ ਸਾਰਿਆਂ ਦਾ ਸਹਿਯੋਗ ਹੈ ਇੰਗਲੈਂਡ ਤੋਂ ਜਿਹੜੇ ਸੇਵਾ ਨਿਭਾ ਰਹੇ ਆ ਤੇ ਉਹਨਾਂ ਦਾ ਅਸੀਂ ਕੋਟ ਧੰਨਵਾਦ ਕਰਦੇ ਆ। ਬੇਗਲ ਸਾਹਿਬ ਸੁਣ ਲਓ, ਦੇਖ ਲਓ ਸੰਗਤਾਂ ਤੁਹਾਡੇ ਪਿਆਰ ਨੂੰ ਕਿੰਨੀਆਂ ਇਕੱਠੀਆਂ ਹੋ ਕੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸਾਰਾ ਲਾਭ ਉਠਾ ਰਹੇ। ਤੁਹਾਡੀ ਜੋ ਕਿਰਤ ਕਮਾਈਆਂ ਵਿੱਚ ਬੱਚਿਆਂ ਦੀਆਂ ਕਮਾਈਆਂ ਕੀਤੀਆਂ ਹੋਈਆਂ, ਬੱਚੇ ਜਿਸ ਵੇਲੇ ਬਰਥਡੇ ਮਨਾਉਂਦੇ ਸਾਰੇ ਪੈਸੇ ਇੱਕ ਪਾਸੇ ਰੱਖ ਰਹੇ ਤੇ ਵੀ ਅਸੀਂ ਕੈਂਪ ਦੇ ਪੈਸੇ ਲਾਉਣੇ ਆ ਤੇ ਉਹ ਸਾਰੇ ਬੱਚਿਆਂ ਦੀ ਇਹ ਦੌਲਤ ਜੋ ਕਮਾਈ ਹੋਈ ਉਹ ਅੱਜ ਤੁਹਾਡੇ ਸਾਹਮਣੇ ਸਫਲ ਹੈ। ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ। तो ਅੱਜ ਗੁਰੂ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਹੋਈ ਆ। ਸਾਡਾ 28 ਤਰੀਕ ਦਾ ਜੋ ਅੱਜ ਪ੍ਰੋਗਰਾਮ ਸੀ ਜਿਹਨਾਂ ਮਰੀਜ਼ਾਂ ਦੇ ਲੈਂਸ ਵੀ ਵਧੀਆ ਪਾਏ ਗਏ ਔਰ ਇਸ ਕੈਂਪ ਦੇ ਵਿੱਚ ਉਹ ਮਰੀਜ਼ ਆ ਜਿਨ੍ਹਾਂ ਦੀ ਇੱਕ ਅੱਖ ਸੀਗੀ ਤਾਂ ਉਹਨਾਂ ਨੂੰ ਬਿਨਾਂ ਪੱਟੀ ਤੋਂ ਬਿਨਾਂ ਟਾਂਕੇ ਤੋਂ ਬਿਨਾਂ ਹੋਰ ਕਾਸੇ ਤੋਂ ਆਪਣੇ ਲੇਜ਼ਰ ਦੇ ਨਾਲ ਫਿੱਕੋ ਪਾਏ ਗਏ। ਹਾਂ, ਫਿੱਕੋ ਲੈਂਸ ਪਾਏ ਗਏ ਆ ਤੇ ਬਹੁਤ ਵਧੀਆ ਕੰਪਨੀਆਂ ਦੇ ਔਰ ਉਹਨਾਂ ਨੂੰ 5 ਦਿਨ ਦੀ ਦਵਾਈ ਜੋ ਹੈ ਉਹ ਫ੍ਰੀ ਦਿੱਤੀ ਗਈ ਆ ਔਰ ਫਿਰ ਦੇਵਾਂਗੇ 45 ਦਿਨ ਦੀ ਦਵਾਈ ਇਸ ਕੈਂਪ ਦੇ ਵਿੱਚ ਜਿਹੜਾ ਕੋਈ ਮਰੀਜ਼ ਆਪਣੇ ਲੈਂਸ ਪਾਉਂਦਾ ਉਹਨੂੰ 45 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ ਆ ਔਰ 8 ਦਿਨਾਂ ਬਾਅਦ ਉਹਨੂੰ ਚੈੱਕ ਕੀਤਾ ਜਾਂਦਾ ਤਾਂ ਕਿ ਕੋਈ ਅੱਖਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਔਰ ਉਹ ਆਪਣੀ ਅੱਖਾਂ ਬਣਾ ਕੇ ਮਾਲਕ ਦੇ ਚਰਨਾਂ ਦੇ ਨਾਲ ਜੁੜ ਕੇ ਆਪਣਾ ਜੀਵਨ ਉੱਚਾ ਸੁੱਚਾ ਬਣਾਉਣ। ਜਿਹੜੀਆਂ ਆਪਣਾ ਪਰਿਵਾਰ ਜਾਂ ਰਿਸ਼ਤੇਦਾਰ ਨਹੀਂ ਕੰਮ ਕਰ ਸਕਦੇ ਉਹ ਦਾਨੀ ਸੱਜਣ ਕਰ ਰਹੇ, ਜਿਹੜੀ ਸਰਕਾਰਾਂ ਨਹੀਂ ਕੰਮ ਕਰ ਸਕਦੀਆਂ ਉਹ ਸਾਡੇ ਦਾਨੀ ਸੱਜਣ ਕਰ ਰਹੇ। ਅਸੀਂ ਉਹਨਾਂ ਦਾ ਕੋਟ ਧੰਨਵਾਦ ਕਰਦੇ ਹਾਂ ਔਰ ਸਭ ਤੋਂ ਜ਼ਿਆਦਾ ਮੀਡੀਆ ਦਾ ਧੰਨਵਾਦ ਕਰਦੇ ਹਾਂ। ਸਾਡੇ ਵਿੱਚ ਜੋ ਆ ਕੇ ਸੇਵਾ ਨਿਭਾਉਂਦੇ ਜਨਤਕ ਟੀਵੀ ਔਰ ਫੈਨ ਅੰਬੇਦਕਰ ਤੇ ਸਾਡੇ ਮਿੰਦਰਾ ਸਟੂਡੀਓ ਔਰ ਮਹਿਤਾ ਜੀ ਸਾਡੀਆਂ ਖਬਰਾਂ ਲਗਾ ਰਹੇ ਆ ਔਰ ਸਾਡੇ ਦੀਵਾਨਾ ਜੀ ਜੋ ਸਾਰੇ ਹੀ ਦੁਆਬੇ ਦੇ ਵਿੱਚ ਸਾਡੀਆਂ ਅਖਬਾਰਾਂ ਦੁਆਰਾ ਖਬਰਾਂ ਪਹੁੰਚਦੀਆਂ ਇਹਨਾਂ ਦੀ ਕਿਰਪਾ ਦੇ ਨਾਲ ਤੁਸੀਂ ਸਾਨੂੰ ਮਿਲਦੇ ਆ ਤੇ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਤੇ ਬਹੁਤ ਬਹੁਤ ਧੰਨਵਾਦ, ਕੋਟ ਧੰਨਵਾਦ ਸਾਡੇ ਡਾਕਟਰ ਸਾਹਿਬਾਨ ਦਾ। ਤੇ ਸਾਰੀ ਟੀਮ ਇਸ ਵਾਰ ਮਾਲਕ ਦੀ ਬੜੀ ਕਿਰਪਾ ਕਿ ਕਿਸੇ ਵੀ ਪਾਸਿਓਂ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਈ, ਨਹੀਂ ਤਾਂ ਸਾਨੂੰ ਸੇਵਾਦਾਰ ਨੂੰ ਲਿਆਉਣਾ ਪੈਂਦਾ, ਡਿਊਟੀਆਂ ਲਾਉਣੀਆਂ ਪੈਂਦੀਆਂ। ਇਸ ਵਾਰ ਆਪਣੇ ਆਪ ਹੀ ਆਟੋਮੈਟਿਕ ਕੰਮ ਚੱਲਦਾ ਰਿਹਾ ਕਿਉਂਕਿ ਸੰਗਤਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਔਰ ਸੇਵਾਦਾਰਾਂ ਨੇ ਵੀ ਢਿੱਲ ਨਹੀਂ ਕੀਤੀ। ਉਹ ਬੱਚੀਆਂ ਦੋ ਸਾਡੀਆਂ ਉਹ ਦੌੜ ਕੇ ਸਾਰਾ ਉਹਨਾਂ ਨੇ ਕੈਂਪ ਦੇ ਵਿੱਚ ਕਿਉਂਕਿ ਸਾਡੀਆਂ ਬੱਚੀਆਂ ਜਿਹੜੀਆਂ ਨਰਸਿੰਗ ਟ੍ਰੇਨਿੰਗ ਕਾਲਜ ਵਿੱਚ ਆਪਣੇ ਘਰਾਂ 'ਚ ਬੈਠੀਆਂ ਤਾਂ ਸਾਡੇ ਸਟਾਫ ਨੇ ਹੀ ਸਾਡੇ ਆਪਣੇ ਬੱਚੇ ਛੋਟਿਆਂ ਨੇ ਤੇ ਆਪਣੇ ਸੇਵਾਦਾਰਾਂ ਨੇ ਡਿਊਟੀਆਂ ਨਿਭਾਈਆਂ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਔਰ ਜਿਹੜੀ ਮੈਂ ਗੱਲ ਦੱਸਣ ਜਾ ਰਿਹਾ ਬੇਗਲ ਸਾਹਿਬ ਆਪਣੇ ਅੱਜ ਸਾਰਿਆਂ ਨੂੰ ਛੁੱਟੀ ਦਿੱਤੀ ਜਾਏਗੀ ਔਰ ਮੰਗਲਵਾਰ ਨੂੰ ਅਸੀਂ ਸਾਰਿਆਂ ਨੂੰ ਬੁਲਾਵਾਂਗੇ। ਸਾਡਾ ਜੇ 100 ਤੋਂ ਉੱਪਰ ਲੈਂਸ ਪਾਉਣ ਵਾਲੇ ਸਾਡੇ ਕੋਲ ਸੇਵਾਦਾਰ ਹਨ। ਹਾਂ, 150 ਦੇ ਕਰੀਬ ਸਾਡੇ ਕੋਲ ਅਜੇ ਲੈਂਸ ਪਾਉਣ ਵਾਸਤੇ ਸੰਗਤਾਂ ਉਡੀਕ ਕਰ ਰਹੀਆਂ। ਅਸੀਂ ਥੋੜ੍ਹਾ ਕਰਕੇ ਕਿਉਂਕਿ ਸਾਨੂੰ ਗਵਰਨਮੈਂਟ ਦੀ ਹਦਾਇਤ ਹੈ ਕਿ ਅਸੀਂ ਸਿਹਤ ਵਿਭਾਗ ਵੱਲੋਂ ਸਾਨੂੰ ਜੋ ਹਦਾਇਤ ਹੈ ਕਿ ਅਸੀਂ 30 ਤੋਂ 40 ਤੱਕ ਹੀ ਆਪਾਂ ਲੈਂਸ ਪਾ ਸਕਦੇ ਆ। ਤੇ ਕਿਸੇ ਨੇ ਜਿਹੜਾ ਸੁਣਦਾ ਹੋਵੇ ਜਾਂ ਮੀਡੀਆ ਦੁਆਰਾ ਜਿਹੜਾ ਗੱਲਬਾਤ ਸੁਣਦਾ ਹੋਵੇ ਉਹ ਨਿਰਾਸ਼ ਨਹੀਂ ਹੋਣਾ ਉਹਨਾਂ ਨੇ। ਤੇ ਆਪਾਂ ਸਾਰਿਆਂ ਦੇ ਹੀ ਸਾਨੂੰ ਸਮਾਂ ਕਿ ਬਹੁਤ ਖੁਸ਼ੀ ਕਿ ਸਾਨੂੰ ਸੇਵਾ ਮਿਲੀ, ਨਹੀਂ ਤਾਂ ਦੌੜਨਾ ਪੈਂਦਾ, ਕਿਤੇ ਪ੍ਰੋਗਰਾਮਾਂ 'ਤੇ ਜਾਣਾ ਪੈਂਦਾ, ਦੇਖਣਾ ਪੈਂਦਾ ਸੰਗਤ ਨੂੰ ਜਾ ਕੇ। ਸਾਡੇ ਘਰੇ ਸੰਗਤ ਆ ਤੇ ਅਸੀਂ ਬਾਹਰ ਕੀ ਕਰਨ ਜਾਣਾ। ਇਸ ਕਰਕੇ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਜਿਨ੍ਹਾਂ ਨੇ ਇਸ ਟਾਈਮ ਦੇ ਵਿੱਚ ਕੋਈ ਹੋਰ ਵੀ ਗਰੀਬ ਜਾਂ ਲੋੜਵੰਦ ਜਿਹਨਾਂ ਨੂੰ ਅੱਖਾਂ ਕਰਕੇ ਕੋਈ ਪਰੇਸ਼ਾਨੀ ਆ, ਇਹ ਨਾ ਕਹਿਣ ਵੀ ਕੈਂਪ ਲੱਗ ਗਿਆ ਤੇ ਹੁਣ ਆਪਣਾ ਇਲਾਜ ਨਹੀਂ ਹੋਣਾ, ਹੁਣ ਸਾਲ ਬਾਅਦ ਫੇਰ ਦੇਖਾਂਗੇ। ਇਹ ਕੈਂਪ ਤੁਹਾਡੇ ਲਈ ਲਾਇਆ ਔਰ ਤੁਸੀਂ ਜਿਨ੍ਹਾਂ ਨੂੰ ਕੋਈ ਅੱਖਾਂ ਦੀ ਪ੍ਰੋਬਲਮ ਹੈਗੀ ਆ ਉਹ ਹੁਣੇ ਇੱਥੇ ਆਪਣਾ ਪੇਪਰ ਵਰਕ ਜੋ ਬੱਚੇ ਸਾਡੇ ਬੈਠੇ ਆ ਉਹਨਾਂ ਤੇ ਆਪਣੀ ਪਰਚੀ ਬਣਾਉਣ, ਉਸ ਤੋਂ ਬਾਅਦ ਆਪਣੀ ਫਾਈਲ ਤਿਆਰ ਕਰਨ ਤੇ ਅਸੀਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗੇ ਉਹ ਤੁਸੀਂ ਉਹਨਾਂ ਨੂੰ ਡੇਟ ਦੇ ਦੇਣੀ, ਠੀਕ ਹੈ ਨਾ। ਜਦੋਂ ਡੇਟ ਸਾਨੂੰ ਮਿਲ ਜਾਏਗੀ ਉਸ ਦਿਨ ਆਪਣਾ ਆ ਕੇ ਲੈਂਸ ਪਾ ਸਕਦੇ ਆ। ਤੇ ਜਦੋਂ ਤੱਕ ਇਹ ਕੈਂਪ ਚੱਲੇਗਾ ਸਾਰਿਆਂ ਨੂੰ ਮਾਲਕ ਦੇ ਕਿਉਂਕਿ ਬੇਗਲ ਸਾਹਿਬ ਵੱਲੋਂ ਵੀ ਇਹ ਬੇਨਤੀ ਆ ਸਾਰੀ ਸੰਗਤ ਨੂੰ ਕਿ ਕੋਈ ਨਿਰਾਸ਼ ਨਾ ਹੋ ਕੇ ਜਾਵੇ। ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇੱਕ ਲੈਂਸ ਦੇ ਉੱਪਰ ਕਿੰਨਾ ਖਰਚ ਆਉਂਦਾ ਸੀ ਉਹਨੂੰ ਦੱਸ ਨਹੀਂ ਸਕਦੇ।
ਤੇ ਚਲੋ ਉਹ ਲੋਕ ਜਿਹੜੇ ਆ ਉਹਨਾਂ ਧਾਨਿਆ ਲੋਕ ਜਿਹੜੇ ਕਹਿੰਦੇ ਕਿ ਕੋਈ ਗੱਲ ਨਹੀਂ ਜਿੰਨੀ ਮਰਜ਼ੀ ਸੰਗਤ ਆ ਜਾਣ। ਸਾਡੇ ਕੋਲ ਹੋਰ ਵੀ ਕੈਂਪ ਲਾਉਂਦੇ, ਉਹ ਕਹਿੰਦੇ ਜੀ 50 ਤੋਂ ਜ਼ਿਆਦਾ ਨਹੀਂ ਜੀ ਕਰਾ ਸਕਦੇ, ਅਸੀਂ 20 ਤੋਂ ਜ਼ਿਆਦਾ ਨਹੀਂ ਕਰਾ ਸਕਦੇ, ਤੇ ਰੌਲੀ ਸਾਰੇ ਜਾਂਚ ਪਾਉਂਦੇ ਆ। ਉਹ ਅਸੀਂ ਕੈਂਪ ਲਾਇਆ ਕਈ ਲੋਕ ਆ ਪੈਸੇ ਦੇ ਕੇ ਚਲੇ ਜਾਂਦੇ ਆ, ਔਰ ਡਾਕਟਰ ਸਾਹਿਬ ਕਈ ਹੈਗੇ ਉਹ ਦੇਖਦੇ ਨਹੀਂ, ਮਾੜਾ ਜਿਹਾ ਦਵਾਈ ਪਾਉਂਦੇ ਆ ਤੇ ਉਹ ਮਰੀਜ਼ ਨੂੰ ਪੁੱਛਣਗੇ ਠੀਕ ਆ ਅੱਖਾਂ, ਕਿਉਂਕਿ ਅੱਖਾਂ ਸੌ ਜਾਂਦੀਆਂ, ਅੱਖਾਂ ਨੂੰ ਕੀ ਪਤਾ ਲੱਗਣਾ। ਤੇ ਅੱਖਾਂ ਜੋ ਲਾਈਟ ਦੀ ਉਹਦਾ ਅੱਖਾਂ ਸਾਫ਼ ਹੋ ਗਈਆਂ ਤੇ ਉਹ ਲੈਂਸ ਨਹੀਂ ਪਾਉਂਦੇ। ਇੱਕ ਆਇਆ ਸਾਡੇ ਕੋਲ, ਕਹਿੰਦੇ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ, ਮੈਂ ਕਿ ਮੈਨੂੰ ਕਿ ਮੈਂ ਕਿਤੋਂ ਆਪਣਾ ਲੈਂਸ ਪਾਇਆ, ਮੈਨੂੰ ਦਿਸਦਾ ਹੀ ਨਹੀਂ। ਉਹਦੇ ਨਾਲ ਫੌਜੀ ਸਾਹਿਬ ਕੋਲ ਹੀ ਸੀਗੇ ਤੇ ਫੌਜੀ ਸਾਹਿਬ ਕਹਿੰਦੇ ਲੈਂਸ ਪਾਇਆ ਵੀ ਆ, ਜੇ ਲੈਂਸ ਪਾਊਗਾ ਤਦ ਹੀ ਦਿਸੂਗਾ, ਲੈਂਸ ਤਾਂ ਪਾਉਂਦੇ ਹੀ ਨਹੀਂ। ਪੈਸੇ ਲੈ ਕੇ ਲੋਕ ਆਪਣਾ ਘਰ ਨੂੰ ਚਲੇ ਜਾਂਦੇ ਆ ਔਰ ਡਾਕਟਰ ਬੇਪਰਵਾਹ ਹੋ ਜਾਂਦੇ ਆ। ਸਾਡੇ ਡਾਕਟਰ ਐਸੇ ਕੋਈ ਤੁਹਾਨੂੰ ਤਕਲੀਫ ਹੁੰਦੀ ਆ, ਇਹ ਨਹੀਂ ਕਿ ਅਸੀਂ ਤੁਹਾਨੂੰ ਹਸਪੀਟਲ ਆ ਕੇ ਠੀਕ ਕਰਨਾ ਪੈਣਾ, ਤੇ ਤੁਸੀਂ ਇੱਥੇ ਟੈਲੀਫੋਨ ਕਰੋ, ਡਾਕਟਰ ਸਾਹਿਬ ਤੁਹਾਡੇ ਘਰ ਜਾ ਕੇ ਵੀ ਚੈੱਕ ਕਰ ਸਕਦੇ ਆ ਔਰ ਸਾਰੀ ਤਰ੍ਹਾਂ ਤੁਹਾਡਾ ਦੇਖ ਸਕਦੇ ਆ। ਇਸ ਤਰ੍ਹਾਂ ਦੇ ਨਹੀਂ ਡਾਕਟਰ ਤੁਹਾਡੇ ਆਪਣੇ ਡਾਕਟਰ ਆ, ਆਪਣੇ ਹਸਪੀਟਲ ਆ, ਤੁਹਾਡਾ ਆਪਣਾ ਸਭ ਕੁਝ ਆ। ਤੇ ਜਦੋਂ ਸਾਰਾ ਆਪਣਾ ਕੁਝ ਹੋਵੇ ਤਾਂ ਫਿਰ ਤੁਸੀਂ ਕੀ ਕਰੋਗੇ? ਇਹ ਤਾਂ ਆਪੇ ਚੱਕ ਕੇ ਚਾਹ ਪਾਣੀ ਆਪਣੀ ਲੈ ਕੇ ਕਿਚਨ 'ਚ ਪੀ ਲਾਂਗੇ ਨਾ। ਇਸੇ ਤਰ੍ਹਾਂ ਤੁਹਾਡਾ ਹਸਪੀਟਲ ਆ, ਤੁਹਾਨੂੰ ਕੋਈ ਪਰੇਸ਼ਾਨੀ ਹੁੰਦੀ ਆ ਤੇ ਤੁਸੀਂ ਟੈਲੀਫੋਨ ਕਰੋ। ਟੈਲੀਫੋਨ ਤੋਂ ਬਾਅਦ ਤੁਸੀਂ ਆਪਣਾ ਕੋਈ ਵੀ ਤੁਹਾਨੂੰ ਲੋੜ ਆ ਡਾਕਟਰ ਸਾਹਿਬਾਨ ਦੀ ਦਵਾਈ ਦੀ, ਤੇ ਤੁਹਾਡੇ ਕੋਲ ਉਹ ਉਸੇ ਵੇਲੇ ਪਹੁੰਚ ਜਾਣਗੇ। ਤੋਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਅਰਦਾਸ ਇੱਥੇ ਹੀ ਖਿਮਤ ਜਾਚੇਗਾ ਔਰ ਬੇਨਤੀ ਕਰਾਂਗਾ ਕਿ ਜਿਨ੍ਹਾਂ ਦੇ ਨਾਮ ਲਿਖੇ ਗਏ ਆ ਫਾਈਲ ਤਿਆਰ ਹੋ ਚੁੱਕੀ ਆ, ਉਹਨਾਂ ਦੇ ਲੈਂਸ ਜ਼ਰੂਰ ਪਾਏ ਜਾਣਗੇ। ਉਹ ਟਾਈਮ ਅੱਗੇ ਪਿੱਛੇ ਹੋ ਸਕਦਾ, ਲੇਕਿਨ ਕਿਸੇ ਨੂੰ ਰਾਸ਼ਤਾ ਹੋਣ ਦੀ ਲੋੜ ਨਹੀਂ ਹੈ। ਧੰਨਵਾਦ ਜੀ। ਆਓ ਹੁਣ ਆਪਾਂ ਹੈਲੋ ਦੀਵਾਨਾ ਜੀ ਦਾ ਅਸੀਂ ਧੰਨਵਾਦ ਕਰਦੇ ਆ ਤੇ ਸਾਨੂੰ ਸਤਿਕਾਰ ਕਰ ਰਹੇ। ਧੰਨਵਾਦ ਜੀ। ਬੇਗਲ ਸਾਹਿਬ ਦਾ ਸਤਿਕਾਰ। ਇੱਕ ਮਿੰਟ ਹੈਲੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਆ ਮਾਇਆ ਦੀ ਜ਼ਰੂਰਤ ਨਹੀਂ ਹੈਗੀ, ਨਾ ਆਪਾਂ ਮਾਇਆ ਲੈਣੀ ਆ। ਤੇ ਇਹ ਤਾਂ ਤੁਹਾਡਾ ਆਸ਼ੀਰਵਾਦ ਸਾਨੂੰ ਚਾਹੀਦਾ, ਕਿਉਂਕਿ ਦਾਨੀ ਸੱਜਣ ਪਿੱਛੇ ਬੈਠੇ ਆ। ਆਪਾਂ ਮਾਇਆ ਨੂੰ ਕਿਸੇ ਨੂੰ ਕਿਹਾ ਹੀ ਨਹੀਂ, ਨਾ ਹੀ ਅਪੀਲ ਕੀਤੀ ਆ ਕਿ ਤੁਸੀਂ ਸਾਨੂੰ ਮਾਇਆ ਦਿਓ। ਤੇ ਇਹ ਮਾਇਆ ਜਿਹੜੀ ਤਾਂ ਤੁਸੀਂ ਸਾਨੂੰ ਆਸ਼ੀਰਵਾਦ ਦਿਓ, ਉਹੀ ਮਾਇਆ ਹੈ ਸਾਡੀ। ਠੀਕ ਹੈ ਨਾ, ਤੁਸੀਂ ਆਪਣਾ ਆਸ਼ੀਰਵਾਦ ਦਿਓ, ਅਰਦਾਸ ਕਰੋ, ਇਹੋ ਹੀ ਮਾਇਆ। ਜਾਂ ਸਾਡੇ ਕੋਲ ਬੈਠੇ ਦਾਨੀ ਤੇ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ। ਆਪਾਂ ਦੱਸਾਂਗੇ ਸੀ ਕਿ ਸਾਡੀ ਮਾਂ ਵਾਲੇ ਨਾਲੇ ਮਰੀਜ਼ ਸੀਗੇ। ਸਾਡੇ ਬੇਟਾ ਸਾਹਿਬ ਜੀ ਵੀ ਬਹੁਤ ਜ਼ਬਰਦਸਤ ਖਬਰ ਲਾਉਂਦੇ ਕਿ ਪਾ ਕੇ ਤਕੜੀ ਕਰਕੇ ਫੇਰ ਖਬਰ ਲਾਉਂਦੇ ਆ। ਚੂਰੀ ਕੁੱਟ ਕੇ ਖੜਾਉਂਦੇ ਕੋਈ ਵੇਲਾ ਖਬਰ ਨੂੰ। ਤੁਹਾਡੇ ਕੋਲ ਚਾਹੀਦਾ ਜਿਹੜਾ ਖਬਰਾਂ ਦਿੰਦਾ ਉਹ ਡਰ ਤੋਂ ਰਹਿਤ ਹੋਣਾ ਚਾਹੀਦਾ ਉਹਨੂੰ। ਪਰ ਸਾਡੇ ਕੋਲ ਬੜੇ ਪੱਤਰਕਾਰ ਵਧੀਆ, ਜਿੱਦਾਂ ਦੀ ਗੱਲ ਉੱਦਾਂ ਦੀ ਸੁਣਾਉਣਗੇ ਬੋਲੇ। ਠੀਕ ਹੈ ਮਾਰੂ ਜੀ। ਕਈ ਛੁੱਟੀਆਂ ਹੋਰ ਜੀ ਅਸੀਂ ਹੁਣ ਛੁੱਟੀ ਕਰ ਸਕਦੇ ਆ? ਨਹੀਂ ਜੀ, ਹੁਣ ਦਿੱਲੀ ਲੈ ਕੇ ਜਾਣਾ ਤੁਹਾਨੂੰ। ਰਵਿੰਦਰ ਸਿੰਘ ਜੀ ਸਾਡੇ ਕੋਲ ਆਏ ਆ, ਤੇ ਸਾਰੇ ਇੱਕ ਸਕਿੰਟ ਬਸ ਆਪਾਂ ਹੁਣ ਚਾਹ ਪੀਣੀ ਆ ਤੇ ਇੱਕ ਆਪਾਂ ਗੱਲ ਸੁਣ ਕੇ ਸਾਡੇ ਇਹ ਗੁਰੂ ਘਰ ਆਪਣਾ ਨੇਕਲੰਕ ਗੁਰਦੁਆਰਾ, ਨੇਕਲੰਕ ਵਜੂ ਡੰਕ, ਇਹਦਾ ਮਤਲਬ ਹੈ ਕੀ ਆ? ਨੇਕਲੰਕ ਨੇ ਆਉਣਾ, ਜਿਹਦਾ ਦਸਮ ਪਾਤਸ਼ਾਹ ਜੀ ਆਏ ਆ, ਸਾਰੇ ਅਵਤਾਰ ਆਏ ਆ ਕਿ ਨੇਕਲੰਕ ਅਵਤਾਰ ਨੂੰ ਹੁਣ ਆਉਣਾ, ਤੇ ਉਹਨਾਂ ਨਾਲ ਸਾਰੇ ਸਿੱਧੇ ਕਰਨੇ ਜਿਹੜੇ ਪਿੰਗੇ ਹੋਏ ਆ। ਤੇ ਉਸ ਸਥਾਨ ਤੇ ਬਾਬਾ ਜੀ ਸੇਵਾ ਕਰਦੇ ਨੇਕਲੰਕ ਗੁਰਦੁਆਰੇ। ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਕਿ ਸ਼ਬਦ ਤੁਸੀਂ ਕਹੋ ਤੇ ਨੇਕਲੰਕ ਵੱਜੇ ਡੰਕ। ਆ ਲੋ ਧੂੜਾ ਉੱਪਰ ਦੀਆਂ ਜਾਣਗੀਆਂ ਫਿਰ ਉਹਨਾਂ ਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਨਿਰਮਲ ਦਾਸ ਜੀ, ਜਿਹੜੇ ਕਿ ਬਹੁਤ ਸਾਲਾਂ ਤੋਂ ਇਹ ਪਰ ਉਪਕਾਰ ਕਰ ਰਹੇ ਆ। ਦੁਨੀਆ ਦੇ ਵਿੱਚ ਲੰਗਰ ਤਾਂ ਬਹੁਤ ਲੱਗਦੇ ਆ। ਇਹ ਨਿਮਾਣਾ ਜਿਹਾ ਦਾਸ ਵੀ ਆਪਣਾ ਜੋ ਦਸਵੰਧ ਕੱਢਦੇ ਆ, ਉਹਨਾਂ ਦੇ ਵਿੱਚੋਂ ਕਿਤੇ ਕੁਝ ਦਿਨਾਂ ਦਾ ਲੰਗਰ ਵੀ ਅਸੀਂ ਲਾਉਂਦੇ ਆ। ਪਰ ਇਹ ਜੋ ਮਹਾਰਾਜ ਜੀ ਦੇ ਉੱਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਸਦਕੇ ਇਹ ਅੱਖਾਂ ਦਾ ਲੰਗਰ ਜੋ ਲਾਇਆ, ਕਿ ਜਿਨ੍ਹਾਂ ਨੂੰ ਇੱਕ ਨਵੀਂ ਦੁਨੀਆ ਦਿਖਾਈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਸੰਤ ਨਿਰਮਲ ਦਾਸ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਇਸ ਮੈਨੂੰ ਨਿਮਾਣੇ ਜਿਹਾ ਦਾਸ ਨੂੰ ਵੀ ਜੋ ਮਨੁੱਖਤਾ ਦੀ ਸੇਵਾ ਦੀ ਮਾਲਾ ਇਹਨਾਂ ਨੇ ਆਪਣੇ ਹੱਥ ਦੇ ਵਿੱਚ ਫੜੀ ਹੋਈ ਹੈ, ਉਹਦੇ ਵਿੱਚ ਥੋੜਾ ਜਿਹਾ ਮੈਨੂੰ ਵੀ ਸਥਾਨ ਦੇਣ, ਤਾਂ ਕਿ ਮੈਂ ਜੋ ਵੀ ਆਪਣਾ ਦਸਵੰਧ ਕੱਢਦਾ ਹਾਂ ਕਿ ਉਹ ਮੈਂ ਇਹਨਾਂ ਦੇ ਇਹ ਪਰਕਵਾਰ ਦੇ ਵਿੱਚ ਲਗਾ ਸਕਾਂ। ਇਹਨਾਂ ਦੇ ਨਾਲ ਹੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ।